बोलो सारे हालेलुया हालेलुया। 18 अध्याय ਉਹਦੀ ਪਹਿਲੀ ਐਤ ਦੇ ਵਿੱਚ ਲਿਖਿਆ ਹੈ, ਉਸ ਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ, ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆਂ ਰਹਿਣਾ ਤੇ ਸੁਸਤੀ ਨਹੀਂ ਕਰਨੀ ਚਾਹੀਦੀ। ਹਾਲੇਲੂਇਆ। ਪ੍ਰਾਰਥਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਹੈਗੀ ਸੁਸਤੀ। ਬੋਲੋ ਸੁਸਤੀ, ਜ਼ੋਰ ਦੀ ਬੋਲੋ ਸੁਸਤੀ। ਸਭ ਤੋਂ ਵੱਡੀ ਰੁਕਾਵਟ ਕੀ ਆ? ਜਿਵੇਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ, ਬਾਈਬਲ ਫੜਦੇ ਆ ਜਾਂ ਦੁਆ ਦੇ ਵਿੱਚ ਬੈਠੇ ਆ ਤਾਂ ਸਰੀਰ ਸੁਸਤ ਜਿਹਾ ਹੋ ਜਾਂਦਾ ਹੈ। आपने बहुत बारी इस वचन ਨੂੰ ਸੁਣਿਆ ਹੈਗਾ, ਇਸ ਲੂਕਾ 18 ਨੂੰ, ਪਰ ਅੱਜ ਥੋੜਾ ਜਿਹਾ ਮੈਂ ਤੁਹਾਨੂੰ ਅਲੱਗ ਸਿਖਾਵਾਂਗਾ। ਅਗਰ ਦੁਆ ਦੇ ਵਿੱਚ ਆਪ ਨੂੰ ਨੀਂਦ ਆਉਂਦੀ ਹੈ ਜਾਂ ਸੁਸਤੀ ਪੈਂਦੀ ਹੈ ਜਾਂ ਕੁਝ ਵੀ ਆਪ ਨੂੰ ਡਿਸਟਰਬ ਕਰਦਾ ਕਿ ਤੁਸੀਂ ਦੁਆ ਨਹੀਂ ਕਰ ਪਾਉਂਦੇ, ਤਾਂ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੁਆ ਕਰਨੋਂ ਹਟ ਜਾਓ। ਯਿਸੂ ਮਸੀਹ ਨੇ ਕਿਹਾ ਸਦਾ ਪ੍ਰਾਰਥਨਾ 'ਚ ਲੱਗੇ ਰਹਿਣਾ, ਸਦਾ, ਬਿਨਾਂ ਨਾਗੇ ਦੇ। ਔਰ ਪ੍ਰਭੂ ਯਿਸੂ ਮਸੀਹ ਖੁਦ ਜਦੋਂ ਇਸ ਸੰਸਾਰ ਤੇ ਆਏ, ਜਦੋਂ ਪ੍ਰਭੂ ਯਿਸੂ ਖੁਦ ਇਸ ਸੰਸਾਰ ਤੇ ਆਏ ਤਾਂ ਉਹ ਬਹੁਤ ਪ੍ਰਾਰਥਨਾ ਕਰਦੇ ਸੀ, ਬਹੁਤ ਜ਼ਿਆਦਾ, ਸਾਰੀ ਸਾਰੀ ਰਾਤ ਕਰਦੇ ਸੀ। 40 ਦਿਨ ਉਹਨਾਂ ਨੇ ਫਾਸਟਿੰਗ ਰੱਖ ਕੇ ਪ੍ਰਾਰਥਨਾ ਕੀਤੀ, ਠੀਕ ਆ, ਤੜਕਸਾਰ ਉੱਠ ਕੇ ਪ੍ਰਾਰਥਨਾ ਕਰਦੇ ਸੀ। ਔਰ ਸਾਨੂੰ ਉਹ ਸਿਖਾ ਕੇ ਗਏ ਕਿ ਤੁਸੀਂ ਵੀ ਦੁਆ ਕਰਨੀ। ਦੇਖੋ, ਜਦੋਂ ਯਿਸੂ ਮਸੀਹ ਨੇ ਸੰਸਾਰ ਨੂੰ ਛੱਡ ਕੇ ਜਾਣਾ ਸੀ ਤਾਂ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਬਾਹਰ ਪ੍ਰਚਾਰ ਕਰਨ ਦੇ ਲਈ ਨਹੀਂ ਜਾਣਾ, ਠਹਿਰਨਾ ਵਾ ਤੇ ਕੀ ਕਰਨੀ ਆ? ਪ੍ਰਾਰਥਨਾ ਕਰਨੀ। ਤੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਫਿਰ ਤੁਸੀਂ ਪਵਿੱਤਰ ਆਤਮਾ ਪਾਓਗੇ, ਤੇ ਜਦੋਂ ਪਵਿੱਤਰ ਆਤਮਾ ਤੁਹਾਨੂੰ ਮਿਲੇਗਾ ਤੇ ਤੁਸੀਂ ਕੀ ਪਾ ਲਓਗੇ? ਫਿਰ ਤੁਸੀਂ ਸ਼ਕਤੀ ਪਾਓਗੇ। ਔਰ ਫਿਰ ਪ੍ਰਭੂ ਕਹਿੰਦਾ ਜਦੋਂ ਤੁਸੀਂ ਸ਼ਕਤੀ ਪਾ ਲੋਗੇ ਫਿਰ ਤੁਸੀਂ ਕੀ ਬਣ ਜਾਓਗੇ? ਮੇਰੇ ਗਵਾਹ ਬਣ ਜਾਓਗੇ। ਹਾਲੇਲੂਇਆ। ਕੀ ਬਣ ਜਾਓਗੇ? ਪ੍ਰਭੂ ਯਿਸੂ ਕਹਿੰਦਾ ਫਿਰ ਤੁਸੀਂ ਮੇਰੇ। ਇਸ ਲੂਕਾ 18 ਅਧਿਆਇ ਦੇ ਵਿੱਚ ਦੋ ਕਹਾਣੀਆਂ ਦਾ ਜ਼ਿਕਰ ਹੈ, ਇੱਕ ਵਿਧਵਾ ਦਾ ਤੇ ਇੱਕ ਹਾਕਮ ਦਾ। ਔਰ 9 ਤੋਂ ਲੈ ਕੇ 14 ਤੱਕ ਇੱਕ ਫਰੀਸੀ ਦਾ ਤੇ ਇੱਕ ਮਸੂਲੀਏ ਦਾ। ਇਹ 4 ਜਣਿਆਂ ਦੀ ਸਟੋਰੀ ਹੈ। ਔਰ ਇੱਥੇ ਪ੍ਰਭੂ ਨੇ ਜੋ ਸਾਨੂੰ ਦੁਆ ਦੇ ਬਾਰੇ ਸਿਖਾਲਿਆ ਵਾ, ਅਗਰ ਅਸੀਂ ਇਸ ਤਰੀਕੇ ਨਾਲ ਹੀ ਦੁਆ ਕਰਨ ਡੈ ਪਈਏ ਤੇ ਸਾਡੇ ਜਿਹੜੇ ਮਸਲੇ ਆ ਉਹ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਉਹ ਪ੍ਰਭੂ ਆਪ ਹੱਲ ਕਰੇਗਾ। ਕੁਝ ਲੋਕਾਂ ਨੂੰ ਮੈਂ ਦੇਖਦਾ, ਉਹ ਹਰ ਮੀਟਿੰਗ ਦੇ ਵਿੱਚ ਜਾ ਕੇ ਗਵਾਹੀ ਦਿੰਦੇ ਨੇ। ਕਦੀ ਉਹਨਾਂ ਦੀ ਸ਼ੂਗਰ ਵਧੀ ਹੁੰਦੀ ਆ, ਕਦੀ ਉਹਨਾਂ ਦੀ ਘਟੀ ਹੁੰਦੀ ਆ, ਕਦੀ ਉਹਨਾਂ ਦੀ ਲੱਤ 'ਚ ਪੀੜ ਹੁੰਦੀ ਆ, ਕਦੀ ਉਹਨਾਂ ਦੇ ਸਿਰ 'ਚ ਪੀੜ ਹੁੰਦੀ ਆ, ਕਦੀ ਧੌਣ ਠੁਕੀ ਹੁੰਦੀ ਆ, ਕਦੀ ਗੋਡਾ ਠੁਕਿਆ ਹੁੰਦਾ ਹੈ। ਜਾਨੀ ਇਹ ਕੀ ਮਸਲਾ ਚੱਲਣ ਦਿਆ? ਮਤਲਬ ਵੀ ਹਰ ਵਾਰੀ ਤੁਹਾਨੂੰ ਗਵਾਹੀ ਦੇਣੀ ਪੈਂਦੀ ਆ ਤੇ ਹਰ ਵਾਰੀ ਗਵਾਹੀ ਤੁਹਾਨੂੰ ਬਿਮਾਰੀ ਦੀ ਦੇਣੀ ਪੈਂਦੀ ਹੈ ਕਿ ਤੁਸੀਂ ਬਿਮਾਰ ਹੀ ਜੀ, ਮੈਂ ਝੁਕ ਨਹੀਂ ਸਕਦਾ ਜੀ, ਹੈ ਮੈਂ ਲੱਤਾਂ ਭਾਰ ਨਹੀਂ ਖਲੋ ਸਕਦਾ ਜੀ, ਹੈ ਮੈਂ ਸੌਂ ਨਹੀਂ ਸਕਦਾ ਜੀ। ਇਹ ਤੇ ਫਿਰ ਉਹ ਗੱਲ ਹੋਈ ਨਾ, ਇੱਕ ਮੁੱਠੀ ਚੁੱਕ ਲੈ। ਆਪਨੇ ਯਿਸੂ ਦੇ ਗਵਾਹ ਬਣਨਾ, ਤੇ ਕੀ ਗਵਾਹ ਬਣਨਾ ਹੈ ਕਿ ਯਿਸੂ ਮਸੀਹ ਤੁਹਾਡੇ ਪਾਪਾਂ ਨੂੰ ਕੀ ਕਰਦਾ? ਮਾਫ ਕਰਦਾ ਹੈ। ਹਾਲੇਲੂਇਆ। ਤੁਹਾਨੂੰ ਰੋਗਾਂ ਤੋਂ ਕੀ ਕਰਦਾ? ਆਜ਼ਾਦ ਕਰਦਾ ਹੈ। ਤੇ ਜੇ ਆਪ ਹੀ ਆਪਣੇ ਨਹੀਂ ਮਸਲੇ ਸਾਡੇ ਖਤਮ ਹੋਣ ਦੇ, ਔਰ ਇੱਕ ਗੱਲ ਹੋਰ, ਅਗਰ ਮਸਲੇ ਖਤਮ ਨਹੀਂ ਹੋਣ ਦੇ ਤਾਂ ਉਹਨਾਂ ਵੱਲ ਧਿਆਨ ਕਰਨਾ ਬੰਦ ਕਰ ਦੇਣਾ ਔਰ ਧਿਆਨ ਪ੍ਰਭੂ ਯਿਸੂ ਮਸੀਹ ਵੱਲ ਕਰਨਾ ਹੈ ਔਰ ਉਹਦੀ ਗਵਾਹੀ ਦੇਣ ਦੇ ਵੱਲ ਕਰਨਾ ਹੈ। ਹਾਲੇਲੂਇਆ। आपने किस तरीके ਨਾਲ प्रार्थना करनी है? 2 ਚ ਲਿਖਿਆ, ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹਨੂੰ ਨਾ ਪਰਮੇਸ਼ਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ। ਇੱਕ ਐਸੇ ਹਾਕਮ ਦੀ ਪ੍ਰਭੂ ਯਿਸੂ ਮਸੀਹ ਸਭ ਤੋਂ ਪਹਿਲਾਂ ਗੱਲ ਕਰਦਾ ਹੈ ਜਿਹਨੂੰ ਰੱਬ ਦਾ ਡਰ ਨਹੀਂ ਤੇ ਨਾ ਉਹ ਕਿਸੇ ਬੰਦੇ ਦੀ ਪਰਵਾਹ ਕਰਦਾ ਹੈ। ਐਸੇ ਹਾਕਮ ਦੇ ਕੋਲ ਇੱਕ ਵਿਧਵਾ ਜਾਂਦੀ ਹੈ ਕੰਟੀਨਿਊ, ਔਰ ਜਾ ਕੇ ਉਹਨੂੰ ਉਹਦੇ ਅੱਗੇ ਦੁਹਾਈ ਦਿੰਦੀ ਹੈ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ
ਲੈ ਦੇ। ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਦਿਆਲੂ ਆ, ਕਿਰਪਾਲੂ ਆ, ਸਾਡੀਆਂ ਦੁਆਵਾਂ ਨੂੰ ਸੁਣਦਾ ਆ ਔਰ ਸਾਡੀ ਪਰਵਾਹ ਕਰਦਾ ਹੈ, ਸਾਡੀ ਚਿੰਤਾ ਕਰਦਾ ਹੈ, ਫਿਕਰ ਕਰਦਾ ਹੈ। ਇਹ ਹਾਕਮ ਇੱਥੇ ਇਹੋ ਜਿਹਾ ਵਾ, ਨਾ ਰੱਬ ਦਾ ਡਰ ਤੇ ਨਾ ਕਿਸੇ ਬੰਦੇ ਦੀ ਪਰਵਾਹ। ਸੁਣੋ 4 ਐਚ ਚ ਲਿਖਿਆ, ਕਿੰਨਾ ਕੁ ਚਿਰ ਤਾਂ ਉਸਨੇ ਨਾ ਚਾਹਿਆ, ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ, ਭਾਵੇਂ ਮੈਂ ਨਾ ਪਰਮੇਸ਼ਰ ਦਾ ਭੈ ਕਰਦਾ ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ, ਤਾਂ ਵੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ, ਮੈਂ ਉਸ ਦਾ ਬਦਲਾ ਲੈ ਦਿਆਂਗਾ। ਹਾਲੇਲੂਇਆ। ਕੀ ਕਰਦੀ ਵਿਧਵਾ? ਜਿੱਚ ਕਰਦੀ। ਤੇ ਹਾਕਮ ਕੀ ਕਹਿੰਦਾ? ਇਹਦਾ ਬਦਲਾ ਲੈ ਕੇ ਜ਼ਰੂਰ ਦਵਾਂਗਾ। ਕਿਉਂ? ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ। ਹਾਕਮ ਕਿਉਂ ਕਹਿੰਦਾ ਬਦਲਾ ਲੈ ਕੇ ਦੇਣਾ? ਕਿਉਂਕਿ ਘੜੀ ਮੁੜੀ ਆਣ ਕੇ ਕੀ ਖਾਂਦੀ? ਮੇਰਾ ਸਿਰ ਖਾਂਦੀ ਆ। ਪਰ ਪ੍ਰਭੂ ਹੁਣ ਸੁਣੋ ਕੀ ਕਹਿੰਦਾ। ਉਹ ਪ੍ਰਭੂ ਨੇ ਆਖਿਆ, ਸੁਣੋ, ਤੁਸੀਂ ਵੀ ਸਾਰੇ ਸੁਣੋ ਕਿ ਇਹ ਬੇਇਨਸਾਫ ਹਾਕਮ ਕੀ ਕਹਿੰਦਾ ਹੈ। ਫੇਰ ਭਲਾ ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ, ਜਿਹੜੇ ਰਾਤ ਦਿਨ ਉਹਦੇ ਦੁਹਾਈ ਦਿੰਦੇ ਹਨ। ਹਾਲੇਲੂਇਆ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਪਰਮੇਸ਼ਰ ਕਹਿੰਦਾ, ਅਗਰ ਇੱਕ ਬੇਇਨਸਾਫ ਹਾਕਮ ਜਿਹੜਾ ਨਾ ਰੱਬ ਤੋਂ ਡਰਦਾ ਨਾ ਬੰਦੇ ਦੀ ਪਰਵਾਹ ਕਰਦਾ ਹੈ, ਅਗਰ ਉਹਨੇ ਇਹ ਡਿਸੀਜਨ ਲੈ ਲਿਆ ਕਿ ਇਹ ਜਿਹੜੀ ਵਿਧਵਾ ਮੈਨੂੰ ਘੜੀ ਮੁੜੀ ਆ ਕੇ ਜਿੱਚ ਕਰਦੀ ਆ, ਮੇਰਾ ਸਿਰ ਖਾਂਦੀ ਆ, ਇਹਦਾ ਹੱਕ ਇਹਨੂੰ ਦਵਾ ਕੇ ਰਹੂੰਗਾ, ਇਹਦਾ ਬਦਲਾ ਲੈ ਕੇ ਦਵਾਂਗਾ, ਤਾਂ ਪਰਮੇਸ਼ਰ ਕਿੰਨਾ ਹੀ ਦਿਆਲੂ ਹੈ। ਲਿਖਿਆ ਸਾਡੇ ਹੰਝੂਆਂ ਨੂੰ ਕੁੱਪੀ 'ਚ ਸਾਂਭ ਕੇ ਰੱਖਦਾ ਹੈ। ਪਰ ਮੈਂ ਵੇਖਿਆ ਕਈਆਂ ਦੀ ਜ਼ਿੰਦਗੀ 'ਚ ਦੁੱਖ ਢੇਰ ਸਾਰੇ ਹੁੰਦੇ ਆ, ਬੱਚੇ ਵੀ ਬਿਮਾਰ, ਘਰ ਵਾਲੀ ਵੀ ਬਿਮਾਰ, ਪਰ ਉਹਨਾਂ ਨੂੰ ਜਦੋਂ ਮਿਲ ਲਓ ਤਾਂ ਲੂੰਬੜੀ ਵਰਗੂ ਮੱਛਰੇ ਹੀ ਹੁੰਦੇ, ਐਵੇਂ ਕਿਚ ਕਰਦੇ ਰਹਿਣਾ, ਹਰ ਵੇਲੇ ਹਿੱਚ ਕਰਦੇ ਰਹਿਣਾ। ਵਚਨ ਦੇ ਵਿੱਚ ਲਿਖਿਆ ਮਖੌਲੀਆਂ ਦੀ ਜੁੰਡੀ 'ਚ ਨਹੀਂ ਬਹਿਣਾ ਚਾਹੀਦਾ। ਤੇ ਕਈ ਉਹਨਾਂ ਦਾ 24 ਘੰਟੇ ਕੰਮ ਹੀ, ਉਹ ਆਪ ਹੀ ਮਖੌਲੀਆਂ ਦੀ ਜੁੰਡੀ ਬਣਾ ਛੱਡਦੇ। ਕੋਈ ਪ੍ਰਾਰਥਨਾ ਨਹੀਂ, ਕਦੀ ਰਾਤ ਨਹੀਂ ਪਰਮੇਸ਼ਰ ਦੇ ਨਾਲ ਜਾਗਦੇ, ਠੀਕ ਹੈ, ਕਦੀ ਦਿਨੇ ਨਹੀਂ ਬਹਿ ਕੇ ਦੁਆ ਕਰਦੇ। ਪ੍ਰਭੂ ਕਹਿੰਦਾ ਪਰਮੇਸ਼ਰ ਫਿਰ ਭਲਾ ਆਪਣੇ ਚੁਣਿਆ ਹੋਇਆਂ ਦਾ, ਕਿੰਨਾ ਦਾ? आप चुने होए जे। अगर आपने तौबा करके बपतिस्मा लिया, आप चुने होए जे। बस प्रॉब्लम इत्थे आ कि तुसी दिन रात एक नहीं करदे दुआ करन दे विच। परमेश्वर क्यों नहीं चुनिया दा बदला लैके देवेगा? लिखिया भावें ओ चोखा चिर उन्हां दी जरदा है, मैं तुहानू आखदा हां जो ओ शताबी उन्हां दा बदला लैके देवेगा। हालेलुया। किन्ना चिर? शताबी दा मतलब छेदी नाल ही लै दूगा बदला। पर हुण इस लाइन वाला आपने गौर करना ते इहदे तो आपां सिੱਖਣਾ है। पर जद मनुख दा पुत्र आवेगा तद की वो धरती उत्ते निश्चा पावेगा। आपां आशीष चाहुंदे हां, अपने मसले हल कराउणा चाहुंदे, पर की जदों यसू आवे की वो आप दे अंदर देखेगा कि ईमान हैगा? ਤੇ ਜੇ ਉਹ ਆਵੇ ਤੇ ਵੇਖੇ ਕਿ ਤੁਹਾਡੇ ਅੰਦਰ ਤੇ ਵਿਸ਼ਵਾਸ ਹੀ ਨਹੀਂ ਹੈਗਾ। ਜਿਵੇਂ ਮਰੀਮ ਦੇ ਕੋਲ ਸਵਰਗਦੂਤ ਆਇਆ, ਮਰੀਮ ਇੱਕ ਪਵਿੱਤਰ ਲੜਕੀ ਸੀ। ਕਿਹੜੀ ਲੜਕੀ? ਪਵਿੱਤਰਤਾਈ ਦੇ ਵਿੱਚ ਰਹਿੰਦੀ ਸੀ, ਭਗਤੀ ਕਰਨ ਵਾਲੀ ਸੀ, ਔਰ ਉਹਨੂੰ ਕੋਲ ਸਵਰਗਦੂਤ ਆਇਆ। ਹਾਲੇਲੂਇਆ। ਕੌਣ ਆਇਆ ਉਹਦੇ ਕੋਲ? ਔਰ ਸਵਰਗਦੂਤ ਉਹਨੂੰ ਆ ਕੇ ਕਹਿੰਦਾ, ਮਰੀਮ ਤੈਨੂੰ ਵਧਾਈ ਹੋਵੇ, तू गर्भवती होएगी, एक पुत्र नूं जन्म देगी, ओदा नाम यसू रखना है, ओ अत महान दा पुत्र सदाएगा। हालेलुया। वो अपने पिता दाऊद दे तख्त ते बैठेगा। बड़ी वधिया गल्लां सुन के हैरान हुंदी है, हैरान जरूर होई, पर की कीता उन्हें? बोलो, दूत दीयां गल्लां दा विश्वास कीता। की जदों मनुख दा पुत्र आवेगा ते की ओ मेरे अंदर ईमान नूं पावेगा? मरियम दे आखिरी शब्द सी, मैं प्रभु दी बांदी हां, मैं प्रभु दी दासी हां, मेरे नाल ओही होवे जो स्वर्गदूत तू बोलिया है। जोर से बोलो हालेलुया।
ਔਰ ਸਵਰਗਦੂਤ ਉਹਨੂੰ ਬੜੀ ਖਤਰਨਾਕ ਗੱਲ ਕਹਿ ਰਿਹਾ ਕਿ ਤੂੰ ਸ਼ਾਦੀ ਤੋਂ ਪਹਿਲਾਂ ਪ੍ਰੈਗਨੈਂਟ ਹੋਏਂਗੀ। ਮਰੀਮ ਨੇ ਸਵਾਲ ਵੀ ਕੀਤੇ ਕਿ ਮੈਂ ਤੇ ਅਜੇ ਕੁਵਾਰੀ ਇੱਕ ਲੜਕੀ ਆ, ਮੇਰਾ ਕਿਸੇ ਪੁਰਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਮੈਂ ਕਿੱਦਾਂ ਗਰਭਵਤੀ ਹੋ ਸਕਦੀ ਆ। ਸਵਰਗਦੂਤ ਨੇ ਉਹਨੂੰ ਦੱਸਿਆ ਤੂੰ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਹੋਏਂਗੀ। ਬੋਲੋ ਸਾਰੇ ਹਾਲੇਲੂਇਆ। ਅੱਜ ਕਿਸੇ ਨੂੰ ਕਹਿ ਦਈਏ ਨਾ ਤੇਰਾ ਤੂੰ ਚਰਚ ਦੇ ਵਿੱਚ ਆਪਣੀ ਕਮਾਈ ਦਾ 10ਵਾਂ ਹਿੱਸਾ ਦਿਆ ਕਰ ਇਮਾਨਦਾਰੀ ਨਾਲ, ਪਰਮੇਸ਼ਰ ਤੇਰਾ ਕਰਜ਼ਾ ਲਾ ਦੇਗਾ। ਕਿੱਦਾਂ ਲਾ ਦੂਗਾ? ਸਵਾਲ ਹੁੰਦਾ ਕਿੱਦਾਂ ਲਾ ਦੂਗਾ? ਕਿਉਂਕਿ ਉਹਨੇ ਵਚਨ 'ਚ ਵਾਅਦਾ ਕੀਤਾ ਆ। ਸਾਰੇ 10ਵੇਂ ਹਿੱਸੇ ਕਿੱਥੇ ਲੈ ਗਿਆ? ਉਹ ਪਰਮੇਸ਼ਰ ਕਹਿੰਦਾ ਮੇਰੇ ਮੋਦੀ ਖਾਨਿਆਂ ਵਿੱਚ। ਔਰ ਪਰਮੇਸ਼ਰ ਕਹਿੰਦਾ ਮੈਨੂੰ ਪਰਤਾ ਕੇ ਵੇਖੋ, ਤੁਹਾਡੇ ਲਈ ਸਵਰਗ ਦੀਆਂ ਖਿੜਕੀਆਂ ਖੋਲ ਦਿਆਂਗਾ, ਰੱਖਣ ਲਈ ਥਾਂ ਨਹੀਂ ਹੋਏਗਾ। ਹਾਲੇਲੂਇਆ। ਅਗਰ ਆਪ ਪ੍ਰਭੂ ਨੂੰ ਪਿਆਰ ਕਰਦੇ ਜੇ ਆਪਣੇ ਰੁਪਈਏ ਦਾ ਹਿਸਾਬ ਰੱਖਿਆ ਕਰੋ, ਕੀ ਕਮਾਉਂਦੇ ਜੇ, ਕੀ ਖਰਚਦੇ ਜੇ। ਇਹ ਮੈਨੂੰ ਇੱਕ ਪ੍ਰਭੂ ਦਾ ਦਾਸ ਦੱਸ ਰਿਹਾ, ਕਹਿੰਦਾ ਮੇਰੇ ਭਰਾ ਜਦੋਂ ਬਹਿ ਕੇ ਹਿਸਾਬ ਕਰਦੇ ਆ, ਇੰਨਾ ਸਾਡਾ ਲੱਗਾ, ਠੀਕ ਹੈ, ਇੰਨਾ ਸਾਡਾ ਖਰਚਾ ਹੋ ਗਿਆ, ਇੰਨੀ ਫਲਾਣੇ ਨੂੰ ਤਨਖਾਹ ਦਿੱਤੀ, ਇਹਨੂੰ ਫਲਾਣੇ ਨੂੰ ਤਨਖਾਹ ਦਿੱਤੀ, ਆਹ ਬਚਤ ਹੋਈ। ਤੇ ਕਹਿੰਦਾ ਜਦੋਂ ਉਹਨਾਂ ਦੀ ਬਚਤ ਨਿਕਲਦੀ ਆ ਸਭ ਤੋਂ ਪਹਿਲਾਂ ਲਿਖਦੇ ਆ ਕਿ ਇੰਨਾ 10ਵਾਂ ਹਿੱਸਾ ਬਣਦਾ ਉਹਦਾ ਪ੍ਰਭੂ ਦਾ। जोर से बोलो हालेलुया, और जोर से हालेलुया। ਤੇ ਘਰ ਦੇ ਵਿੱਚ 1.5 ਲੱਖ ਵਾਲਾ ਜਨਰੇਟਰ ਵਾ, 10 ਲੱਖ ਵਾਲੀ ਗੱਡੀ ਖੜੀ ਆ, ਲੱਖ ਰੁਪਏ ਵਾਲੇ ਸੋਫੇ ਪਏ ਆ। ਹਾਲੇਲੂਇਆ। ਔਰ ਕੁਝ ਚੀਜ਼ਾਂ ਬਾਹਰ ਨੇ ਕਿਉਂਕਿ ਸਮਝ ਨਹੀਂ ਆਉਂਦੀ ਕਿੱਥੇ ਰੱਖੀ। ਕਿਉਂ? ਕਿਉਂਕਿ ਪ੍ਰਭੂ ਦੇ ਨਾਲ ਇਮਾਨਦਾਰ ਵਾਸੀ ਕੀ ਜਦੋਂ ਪ੍ਰਭੂ ਯਿਸੂ ਆਵੇ ਮੈਨੂੰ ਬਰਕਤ ਦੇਣ ਦੇ ਲਈ, ਤੇ ਦੇਖਿਆ ਆ ਕੇ ਵੀ ਤੂੰ ਤੇ ਇਹ ਕੰਮ ਤੇ ਫੇਲ ਆ। ਜਦੋਂ ਸਾਡਾ ਪਾਸਪੋਰਟ ਬਣਦਾ ਕੀ ਹੁੰਦੀ ਆ? ਸਾਡੀ ਇਨਕੁਆਇਰੀ ਹੁੰਦੀ ਹੈ। ਹਾਂ ਵੀ ਇਹਦਾ ਪਿੰਡ ਇਹੋ ਹੀ ਆ, ਪਿਓ ਇਹਦਾ ਇਹੋ ਹੀ ਆ ਜਿਹੜੇ ਨੇ ਪ੍ਰੂਫ ਦਿੱਤੇ ਆ। ਇਹ ਇਨਕੁਆਇਰੀ ਹੁੰਦੀ ਆ। ਅਗਰ ਇਨਕੁਆਇਰੀ ਚੋਂ ਫੇਲ ਹੋ ਜੇ ਰਿਜੈਕਟ ਕਰ ਦਿੱਤਾ ਜਾਂਦਾ, ਤਾਂ ਪਾਸਪੋਰਟ ਨਹੀਂ ਬਣਦਾ। ਕੁਝ ਦੇਸ਼ਾਂ 'ਚ ਜਾਣ ਦੇ ਲਈ ਸਾਨੂੰ PCC ਕਰਾਉਣੀ ਪੈਂਦੀ ਆ, ਜਿਹੜਾ ਮਤਲਬ ਦਾ ਪੁਲਿਸ ਕਲੈਰੀਫਿਕੇਸ਼ਨ ਸਰਟੀਫਿਕੇਟ ਮਿਲਦਾ ਸਾਨੂੰ, ਜਿਹਦੇ 'ਚ ਸਾਡੇ ਲੋਕਲ ਥਾਣੇ ਦੀ ਪੁਲਿਸ ਲਿਖ ਕੇ ਦਿੰਦੀ ਆ ਕਿ ਇਹ ਬੰਦਾ ਚੋਰ ਨਹੀਂ ਆ, ਡਾਕੂ ਨਹੀਂ ਆ, ਰੇਪ ਨਹੀਂ ਕੀਤਾ, ਕਿਸੇ ਦਾ ਕਤਲ ਨਹੀਂ ਕੀਤਾ, ਇਹਦਾ ਕਰੈਕਟਰ ਬਿਲਕੁਲ ਵਧੀਆ ਹੈ, ਬਾਹਰਲੇ ਮੁਲਕ ਜਾ ਸਕਦਾ। ਅੱਜ ਮੇਰਾ ਕਰੈਕਟਰ ਕੀ ਹੈ? ਅੱਜ ਮੇਰਾ ਕਰੈਕਟਰ कैसा ਬਣਿਆ ਹੋਇਆ? ਕੀ ਮੈਂ ਇਮਾਨਦਾਰ ਹਾਂ? ਕੀ ਮੈਂ ਪ੍ਰਭੂ ਯਿਸੂ ਦੇ ਉੱਤੇ ਵਿਸ਼ਵਾਸ ਕਰਦਾ ਹਾਂ? ਬੋਲੋ ਸਾਰੇ ਹਾਲੇਲੂਇਆ। ਆਪ ਸੁਣੋ ਹੁਣ 9 ਆਇਤ। ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਵੀ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ। ਪਹਿਲੀ ਗੱਲ ਉਹਨਾਂ ਲੋਕਾਂ ਦੀ ਪ੍ਰਭੂ ਕਰ ਰਿਹਾ ਹੈ ਕਿ ਆਪ ਦੇ ਅੰਦਰ ਵਿਸ਼ਵਾਸ ਹੈ ਕਿ ਆਪ ਦਿਨ ਰਾਤ ਪ੍ਰਭੂ ਦੇ ਅੱਗੇ ਦੁਹਾਈ ਦਿੰਦੇ ਹੋ। ਬੋਲੋ ਜ਼ੋਰ ਸੇ ਹਾਲੇਲੂਇਆ। ਦੂਸਰੀ ਗੱਲ ਹੁਣ ਪ੍ਰਭੂ ਯਿਸੂ ਮਸੀਹ ਨੇ ਸ਼ੁਰੂ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲਿਖਿਆ ਆਪਣੇ ਆਪ ਤੇ ਭਰੋਸਾ ਰੱਖਦੇ ਸੀ ਵੀ ਅਸੀਂ ਕੀ ਆ? ਧਰਮੀ ਆ, ਤੇ ਦੂਜਿਆਂ ਨੂੰ ਕੀ ਜਾਣਦੇ ਆ? ਤੁੱਛ ਜਾਣਦੇ। ਅਗਰ ਤੁਸੀਂ ਦੁਆ ਕਰਨ ਵਾਲੇ ਜੇ, ਪ੍ਰਾਰਥਨਾ ਕਰਦੇ ਜੇ, ਰੋਜ਼ਾ ਵੀ ਰੱਖਦੇ ਜੇ, 10ਵਾਂ ਹਿੱਸਾ ਵੀ ਦਿੰਦੇ ਜੇ, ਪਰ ਜੇ ਤੁਸੀਂ ਦੂਜਿਆਂ ਨੂੰ ਤੁੱਛ ਸਮਝਦੇ ਜੇ ਤੇ ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੇ ਦਾਨ ਦਸਵੰਧ ਸਭ ਵਿਅਰਥ। 10 ਆਇਤ ਪ੍ਰਭੂ ਨੇ ਕਿਹਾ 2 ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫਰੀਸੀ, ਦੂਜਾ ਮਸੂਲੀਆ। ਫਰੀਸੀ ਦਾ ਮਤਲਬ ਹੁੰਦਾ ਹੈ ਜਿਹੜੇ ਧਾਰਮਿਕ ਆਗੂ, ਜਿਹੜੇ ਧਰਮੀ ਕਹਿੰਦੇ ਅਸੀਂ ਧਰਮੀ ਆ। ਮਸੂਲੀਏ ਦਾ ਮਤਲਬ ਟੈਕਸ ਲੈਣ ਵਾਲਾ। ਫਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ। ਕਾਹਦੇ 'ਚ ਦੁਆ ਕੀਤੀ? ਆਪਣੇ ਅੰਦਰ, ਆਪਣੇ ਮਨ 'ਚ। ਹੇ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਹਾਂ, ਮੈਂ ਹੋਰਨਾਂ ਵਾਂਗੂ ਨਹੀਂ ਆ ਜੋ ਲਟੇਰੇ ਆ, ਕੁਧਰਮੀ ਆ, ਜਨਾਹਕਾਰ ਆ, ਤੇ ਨਾ ਇਸ ਮਸੂਲੀਏ ਵਰਗਾ। ਹੋ ਸਕਦਾ ਆਪ ਵੀ ਜਨਾਹਕਾਰ ਨਹੀਂ ਜੇ, ਹੋ ਸਕਦਾ ਆਪ ਚੋਰ ਵੀ ਨਹੀਂ ਜੇ, ਲਟੇਰੇ ਵੀ ਨਹੀਂ ਜੇ, ਪਰ ਜਿਹੜੀ ਲਾਸਟ ਗੱਲ ਇਹਨੇ ਕਹੀ ਨਾ ਇਸ ਮੈਂ ਮਸੂਲੀਏ ਵਰਗਾ। ਹੋ ਸਕਦਾ ਇਹ ਵੀ ਕਹਿੰਦੇ ਹੋਵਾਂਗੇ ਹੈ ਕੋਈ ਬੰਦਗੀ ਚ ਆ ਕੇ ਸਾਡੇ ਲਾਗੇ ਬੈਠਾ ਆਪਾਂ ਖਿਸਕ ਕੇ ਗਾਣ ਹੋ ਜਾਣਾ, ਪ੍ਰਭੂ ਮੈਂ ਇਹਦੇ ਵਰਗਾ ਥੋੜਾ। ਦੂਸਰੇ ਨੂੰ ਤੁੱਛ ਜਾਣਨਾ ਔਰ ਆਪਣੇ ਆਪ ਨੂੰ ਵਧੀਆ ਸਮਝਣਾ ਇਹ ਵੀ ਪਾਪ ਜੀ, ਔਰ ਇਹ ਬਹੁਤ ਖਤਰਨਾਕ ਪਾਪ ਜੀ। ਆਪਦੀ ਪ੍ਰਾਰਥਨਾ ਰੁਕ ਜਾਏਗੀ,
ਆਪ ਦੀਆਂ ਭੇਟਾਂ, ਆਪ ਦੇ ਦਸਵੰਧ ਪਰਮੇਸ਼ਰ ਨੂੰ ਕਬੂਲ ਨਹੀਂ ਹੋਣਗੇ। ਕਿਉਂਕਿ ਕਹਿਨ ਨੇ ਵੀ ਇਹੋ ਗਲਤੀ ਕੀਤੀ ਸੀ, ਉਹਨੇ ਹਾਬਲ ਨੂੰ ਚੰਗਾ ਨਹੀਂ ਸਮਝਿਆ, ਇਸ ਲਈ ਉਹਨੇ ਹਾਬਲ ਨੂੰ ਮਾਰ ਹੀ ਦਿੱਤਾ। ਕੁਝ ਲੋਕਾਂ ਦੀ ਪ੍ਰੋਬਲਮ ਤੇ ਆ ਕਿ ਉਹ ਪ੍ਰਾਰਥਨਾ ਕਰਦੇ ਹੀ ਨਹੀਂ ਆ, ਤੇ ਕੁਝ ਲੋਕਾਂ ਦੀ ਪ੍ਰੋਬਲਮ ਇਹ ਆ ਪ੍ਰਾਰਥਨਾ ਕਰਨ ਦੇ ਬਾਵਜੂਦ, ਦਸਵੰਧ ਦੇਣ ਦੇ ਬਾਵਜੂਦ, ਰੋਜ਼ੇ ਰੱਖਣ ਦੇ ਬਾਵਜੂਦ ਦੂਸਰਿਆਂ ਨੂੰ ਤੁੱਛ ਸਮਝਦੇ। ਇਹ ਪਾਸਟਰ ਜੀ ਅਸੀਂ ਬੰਦਗੀ ਕਰਾਈ, ਵਧੀਆ ਕਰਾਈ ਨਾ, ਆ ਵੇਖ ਲੋ ਤੁਹਾਡੇ ਨਾਲ ਕਈ ਵਾਰੀ ਕੀ ਕਰਾਉਂਦੇ ਲੋਕੀ ਬੰਦਗੀ, ਮਤਲਬ ਕੀ ਸਮਝਦੇ, ਆਪਾਂ ਦੂਜਿਆਂ ਨੂੰ ਤੁੱਛ ਸਮਝਦੇ। ਮੈਂ ਦੱਸਿਆ ਸੀ ਨਾ, ਸਾਡਾ ਇੱਕ ਭਾਈ ਏਦਾਂ ਮੁੱਛਾਂ ਨੂੰ ਵੱਟ ਚਾੜ ਕੇ ਕਹਿੰਦਾ, ਮੈਨੂੰ ਕਹਿੰਦਾ ਪਾਸਟਰ ਜੀ ਵੇਖਿਆ ਲੰਗਰ ਲਾਇਆ ਐਤਵਾਰ? ਲੋਕੀ ਲੰਗਰ ਲਾਉਂਦੇ, ਕਹਿੰਦਾ ਐਵੇਂ ਉਹਨੇ ਇੱਕੋ ਹੀ ਲਾਇਆ, ਬਾਅਦ ਚ ਲੱਗਾ ਹੀ ਨਹੀਂ ਉਹਦੇ ਕੋਲ। ਕਦੇ ਮਤ ਆਪਣੇ ਆਪ ਨੂੰ ਵਧੀਆ ਸਮਝੋ। ਗੁਜ਼ਰੇ ਦਿਨ ਭਾਈ ਜੱਸੇ ਘਰ ਬੰਦਗੀ ਸੀ ਕਾਲਵਾਲ, ਇਹ ਬੰਦਗੀ ਤੋਂ ਪਹਿਲਾਂ ਵੀ ਤੇ ਅੱਜ ਤੱਕ ਵੀ ਮੈਨੂੰ ਕਹਿੰਦੇ ਰਹੇ, ਕਹਿੰਦੇ ਜੀ ਜੇ ਸਾਡੇ ਕੋਲ ਕੁਝ ਘਾਟ ਰਹਿ ਗਈ ਹੋਵੇ ਤੇ ਸਾਨੂੰ ਮਾਫ ਕਰਿਓ। ਯਿਸੂ ਮਸੀਹ ਨੇ ਇੱਕ ਬੜੀ ਜ਼ਬਰਦਸਤ ਗੱਲ ਕਹੀ ਹੈ। ਯਿਸੂ ਮਸੀਹ ਕਹਿੰਦਾ ਤੁਸੀਂ ਜਦੋਂ ਸਭ ਕੁਝ ਕਰ ਲਓ ਨਾ ਜੋ ਤੁਹਾਨੂੰ ਸੌਂਪਿਆ ਗਿਆ ਸੀ, ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਜੋ ਤੁਹਾਨੂੰ ਸੌਂਪਿਆ ਗਿਆ, ਜੋ ਤੁਹਾਨੂੰ ਕਰਨ ਦੇ ਲਈ ਕਿਹਾ ਗਿਆ, ਜਦੋਂ ਤੁਸੀਂ ਉਹ ਸਾਰਾ ਕੁਝ ਕਰ ਲਓ, ਐ ਵਧੀਆ ਤਰੀਕੇ ਨਾਲ ਕਰ ਲਓ, ਤੇ ਪ੍ਰਭੂ ਕਹਿੰਦਾ ਪਤਾ ਇਹ ਨਹੀਂ ਕਹਿਣਾ ਆਈ ਐਮ ਦਾ ਬੈਸਟ। ਪ੍ਰਭੂ ਕਹਿੰਦਾ ਤੁਸੀਂ ਕਹਿਣਾ ਅਸੀਂ ਨਿਕੰਮੇ ਆ। ਬੋਲੋ ਹਾਲੇਲੂਇਆ। ਕੀ ਆ ਅਸੀਂ? ਪਲੂਸ ਕੀ ਕਹਿੰਦਾ ਭਲਾ? ਮੈਂ ਨਿਕੰਮਾ ਆ, ਕੌਣ ਮੈਨੂੰ ਇਸ ਪਾਪੀ ਸਰੀਰ ਤੋਂ ਛੁਟਕਾਰਾ ਦਿਲਾਏਗਾ? ਇਹ ਵੇਖਿਆ ਗਾਇਆ ਹੀ, ਗਾ ਸਕਦਾ ਕੋਈ ਸਾਡੇ ਵਰਗੂ? ਵੇਖਿਆ ਵਜਾਇਆ ਹੀ। ਬਾਈਬਲ ਦੇ ਵਿੱਚ ਲਿਖਿਆ ਸਾਡੀ ਜਿਹੜੀ ਯੋਗਤਾ ਹੈ ਉਹ ਪਰਮੇਸ਼ਰ ਦੇ ਵੱਲੋਂ ਹੈ। ਅੱਗੇ ਲਿਖਿਆ 12 ਚ ਕਹਿੰਦਾ ਮੈਂ ਸਾਤੇ ਵਿੱਚ 2 ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਵੀ ਦਿੰਦਾ ਹਾਂ। ਹਫ਼ਤੇ 'ਚ ਕੀ ਰੱਖਦਾ? 2 ਰੋਜ਼ੇ। ਆਪਣੀ ਕਮਾਈ ਦਾ ਕੀ ਦਿੰਦਾ? ਦਸਵੰਧ ਵੀ ਦਿੰਦਾ। 13 ਚ ਲਿਖਿਆ ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਆਕਾਸ਼ ਦੀ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਹੇ ਪਰਮੇਸ਼ਰ ਮੈਂ ਪਾਪੀ ਉੱਤੇ ਦਇਆ ਕਰ। ਹਾਲੇਲੂਇਆ। ਇਸ ਲਈ ਤੇ ਪ੍ਰਭੂ ਪੌਲੁਸ ਨੂੰ ਕਹਿੰਦਾ ਮੇਰਾ ਫਜ਼ਲ ਹੀ ਤੇਰੇ ਲਈ ਕੀ ਹੈ? ਕਾਫੀ ਹੈ। ਮੈਂ ਦਸਵੰਧ ਤੇ ਦਿੰਨਾ ਵਾਂ, ਮੈਂ ਰੋਜ਼ੇ ਵੀ ਰੱਖਦਾ ਵਾਂ, ਮੈਂ ਦੁਆਵਾਂ ਵੀ ਕਰਦਾ ਵਾਂ, ਪਰ ਕੀ ਮੇਰੇ ਉੱਤੇ ਪ੍ਰਭੂ ਦਾ ਫਜ਼ਲ ਹੈਗਾ? ਕੀ ਮੇਰੇ ਤੇ ਪ੍ਰਭੂ ਦੀ ਦਇਆ ਹੈਗੀ ਆ? 14 ਪ੍ਰਭੂ ਯਿਸੂ ਕਹਿੰਦੇ ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ, ਯਾਨੀ ਕਿ ਉਹ ਪਹਿਲਾ ਨਹੀਂ, ਪਰ ਇਹ ਧਰਮੀ ਠਹਿਰ ਕੇ ਆਪਣੇ ਕਰ ਗਿਆ। ਬੋਲੋ ਸਾਰੇ ਹਾਲੇਲੂਇਆ। ਦਾਨ ਦੇਤੇ, ਚੰਦੇ ਦੇਤੇ, ਗਰਾਈਆਂ ਦੇਤੀਆਂ, ਰੋਜ਼ੇ ਰੱਖ ਲਏ, ਪਰ ਜੇ ਪਾਪ ਹੀ ਨਾ ਛੱਡਿਆ ਤੇ ਸਭ ਕੁਝ ਕੀਆ ਵਿਅਰਥ ਹੈ। ਸਭ ਕੁਝ ਵਿਅਰਥ ਹੈ। ਆਪਨੇ ਪਾਪ ਦੇ ਵਿੱਚੋਂ ਬਾਹਰ ਨਿਕਲਣਾ ਹੈ। ਔਰ ਐਸੇ ਪਾਪ ਹੈ ਜਿਹੜੇ ਮਸੀਹ ਲੋਕਾਂ ਨੂੰ ਲੱਗੇ ਹੋਏ ਆ। ਚੋਰ ਨਹੀਂ ਆ, ਲਟੇਰੇ ਵੀ ਨਹੀਂ ਆ, ਜਨਾਹਕਾਰ ਵੀ ਨਹੀਂ ਆ, ਪਰ ਦੂਜਿਆਂ ਨੂੰ ਕੀ ਜਾਣਦੇ ਆ? ਤੁੱਛ ਜਾਣਦੇ ਆ। ਸਾਡਾ ਚਰਚ ਬੈਸਟ ਵਾ, ਸਾਡਾ ਪਾਸਟਰ ਬੈਸਟ ਵਾ, ਸਾਡਾ ਮੰਮੀ ਡੈਡੀ। ਕਈਆਂ ਦੇ ਮੈਂ ਵੇਖਿਆ ਕਈ ਆਪਣੇ ਨਿਆਣੇ ਦੀ ਸਿਫਤ ਲੋਕਾਂ ਨੇ ਨਲੀ ਵਗਦੀ ਵੇ, ਸਾਡੇ ਬੱਚੇ ਵੇਖਿਆ ਕਿਤੇ ਤੇ ਜਿਹਦੀ ਨਲੀ ਵਗਦੀ ਹੁੰਦੀ ਉਹ ਵੱਡਾ ਹੋ ਕੇ ਡਾਕਟਰ ਬਣਿਆ ਹੁੰਦਾ, ਤੇ ਜਿਹਦੀ ਨਹੀਂ ਵਗਦੀ ਉਹ ਵੱਡਾ ਹੋ ਕੇ ਸਮੈਕ ਪੀਂਦਾ ਫਿਰਦਾ। ਫਿਰ ਕੀ ਫਾਇਦਾ ਆ? ਕਈਆਂ ਦੇ ਅੰਦਰ ਇਹ ਬੜਾ ਘਮੰਡ ਵਾ, ਆਪਣੀਆਂ ਚੀਜ਼ਾਂ ਦੀ ਬੜੀ ਸਿਫਤ ਕਰਦੇ ਆ। ਕਹਿੰਦੇ ਵੇਖੋ ਸਾਡੇ ਘਰ ਆਓ ਕਿਤੇ ਮੱਖੀ ਵੀ ਬਹਿੰਦੀ ਆ, ਕਿੰਨੀ ਆਪਾਂ ਸਫਾਈ ਰੱਖਦੇ ਆ। ਹੈ ਸਾਡੇ ਬੱਚਿਆਂ ਦੇ ਕੱਪੜੇ ਵੇਖੋ, ਕਦੀ ਪਾਸੇ ਹੀ ਪਾਟਾ ਕੱਪੜਾ ਨਹੀਂ ਪਾਇਆ ਆਪਣੇ ਬੱਚਿਆਂ ਨੂੰ। ਔਰ ਸਾਡੀ ਰਸੋਈ ਦੀ ਸਫਾਈ ਵੇਖੋ। ਆ ਤੁਸੀਂ ਜਾਂਦੇ ਜੇ ਲੋਕਾਂ ਦੇ ਘਰਾਂ 'ਚ, ਕੁਝ ਨਹੀਂ ਹਾਲ, ਲਿਬੜੇ ਗਲਾਸ ਹੁੰਦੇ ਜਿੱਚ ਤੁਹਾਨੂੰ ਚਾਹ ਦੇ ਦਿੰਦੇ। ਦੂਜਿਆਂ ਨੂੰ ਕੀ ਸਮਝਦੇ ਆਪਾਂ? ਹਾਂ ਜੇ ਪਰਮੇਸ਼ਰ ਨੇ ਤੈਨੂੰ ਸਭ ਕੁਝ ਵਧੀਆ ਵਧੀਆ ਦਿੱਤਾ ਤੂੰ ਉਹਦਾ ਧੰਨਵਾਦ ਜ਼ਰੂਰ ਕਰ। ਹਾਲੇਲੂਇਆ। ਪਰ ਦੂਸਰੇ ਨੂੰ ਨਖਿੱਧ ਨਾ ਕਹਿ। ਕਲਾਮ ਦੇ ਵਿੱਚ ਲਿਖਿਆ ਦੂਜਿਆਂ ਨੂੰ ਆਪਣੇ ਨਾਲੋਂ ਕੀ ਸਮਝੋ? ਉੱਤਮ ਸਮਝੋ। ਪ੍ਰਭੂ ਦਾ ਇੱਕ ਦਾਸ ਦੱਸਦਾ, ਕਹਿੰਦਾ ਇੱਕ ਮੈਂ ਗੁੱਜਰ ਪਰਿਵਾਰ ਦੇ ਵਿੱਚ ਚਲਾ ਗਿਆ ਪ੍ਰਭੂ ਯਿਸੂ ਦੀ ਬਾਣੀ ਦੱਸਣ, ਤੋਂ ਭੈਣ ਕੱਲੀ ਹੀ ਘਰ ਦੇ ਵਿੱਚ, ਤੇ ਉਹ
ਥੋੜਾ ਵਿਹੜਾ ਵੂੜਾ ਸਾਫ਼ ਕਰਨ ਦੀ, ਗੋਏ ਗਾਏ ਨਾ ਹੈ ਲਿਬਾ ਪੋਚੇ ਕਰਨ ਦੀ, ਤੇ ਕਹਿੰਦਾ ਉਹਨੇ ਮੈਨੂੰ ਕੁਰਸੀ ਦੇਤੀ। ਮੈਂ ਬਹਿ ਕੇ ਉਹਨੂੰ ਵਾਵਾ ਯਿਸੂ ਮਸੀਹ ਦੇ ਪਿਆਰ ਦੀਆਂ ਗੱਲਾਂ ਦਸੀਆਂ ਵੀ ਯਿਸੂ ਤੈਨੂੰ ਬੜਾ ਪਿਆਰ ਕਰਦਾ ਹੈ। ਕਹਿੰਦਾ ਉਹ ਨਿਹਾਲ ਹੋ ਗਈ ਬਾਣੀ ਸੁਣ ਕੇ। ਤੇ ਮੈਂ ਤੁਰਨ ਲੱਗਾ ਤੇ ਕਹਿੰਦੀ ਰੁਕ ਜਾ, ਮੈਂ ਚੌਲ ਬਣਾਏ ਤੜਕੇ ਵਾਲੇ ਤੇ ਖਾ ਕੇ ਜਾਈ। ਤੋ ਕਹਿੰਦਾ ਉਹਨੇ ਕੀ ਕੀਤਾ, ਉਹਦੇ ਜਿਹੜੇ ਹੱਥ ਸੀ ਨਾ, ਉਹਨੇ ਘੱਟੇ ਦੇ ਵਿੱਚ ਐ ਰਗੜ ਰੁਗੜ ਕੇ ਨਾ ਤੇ ਐ ਝਾੜ ਤੇ ਸਾਫ਼ ਕਰਕੇ, ਤੇ ਕਹਿੰਦਾ ਜਦੋਂ ਉਹਨੇ ਢੱਕਣ ਖੋਲਿਆ ਚੌਲਾਂ ਦਾ, ਵਾਹ ਕਿਆ ਮਹਿਕ ਸੀ ਹੈ। ਚੌਲ ਬੜੇ ਜ਼ਬਰਦਸਤ ਸੀ, ਪਰ ਕਹਿੰਦਾ ਵੀ ਉਹਨੇ ਉਹੋ ਹੀ ਜਿਹੜਾ ਲਿਬੜਾ ਹੱਥੀ ਉਹਦੇ ਨਾਲ ਚੱਪਾ ਵਾੜਿਆ ਇਦਾਂ ਵਿੱਚ, ਚੌਲ ਪਾ ਕੇ ਥਾਲੀ 'ਚ ਤੇ ਮੈਨੂੰ ਦੇ ਦਿੱਤੇ। ਕਹਿੰਦਾ ਮੈਂ ਸੋਚਿਆ ਜੇ ਹੁਣ ਮੈਂ ਤੇ ਚੌਲ ਨਾ ਖਾਦੇ, ਕਹਿੰਦਾ ਮੇਰਾ ਮਨ ਤੇ ਖਰਾਬ ਹੋ ਗਿਆ। ਤੇ ਕਹਿੰਦਾ ਇਹਨੇ ਕਹਿਣਾ ਤੂੰ ਯਿਸੂ ਦੇ ਪਿਆਰ ਦੀਆਂ ਬੜੀਆਂ ਗੱਲਾਂ ਤੇ ਕਰਦਾ ਤੇ ਮੇਰੇ ਤੋਂ ਨਫ਼ਰਤ ਕਰਦਾ। ਕਹਿੰਦਾ ਮੈਂ ਚੌਲ ਖਾਦੇ ਤੇ ਪਰਮੇਸ਼ਰ ਦਾ ਧੰਨਵਾਦ ਕੀਤਾ। ਬੋਲੋ ਹਾਲੇਲੂਇਆ। ਸਾਨੂੰ ਬਹੁਤ ਕੁਝ ਜਰਨਾ ਪੈਂਦਾ ਆ, ਬਹੁਤ ਕੁਝ ਸਹਿਣਾ ਪੈਂਦਾ ਆ, ਕਈ ਚੀਜ਼ਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ, ਸਿਰਫ ਇਸ ਕਰਕੇ ਕਿ ਮੇਰੇ ਯਿਸੂ ਦੇ ਨਾਮ ਨੂੰ ਜਲਾਲ ਮਿਲੇ। ਜ਼ੋਰ ਸੇ ਬੋਲੋ ਹਾਲੇਲੂਇਆ। ਇਸ ਲਈ ਸਭ ਤੋਂ ਪਹਿਲਾ ਕੰਮ ਤੇ ਆਪਨੇ ਪ੍ਰਾਰਥਨਾ ਕਰਨੀ ਆ, ਸੁਸਤੀ ਨਹੀਂ ਕਰਨੀ। ਔਰ ਦੂਸਰਾ ਕੰਮ ਆਪਨੇ ਦੂਜਿਆਂ ਨੂੰ ਤੁੱਛ ਨਹੀਂ ਜਾਣਨਾ। ਜੇ ਤੁਸੀਂ ਪ੍ਰਾਰਥਨਾ, ਹੁਣ ਦੇਖੋ 1 ਐਤ ਤੋਂ ਲੈ ਕੇ 8 ਐਤ ਤੱਕ ਪ੍ਰਭੂ ਯਿਸੂ ਨੇ ਸਾਨੂੰ ਸਮਝਾਇਆ ਕਿ ਆਪਨੇ ਇਸ ਵਿਧਵਾ ਦੀ ਤਰ੍ਹਾਂ ਦੁਆ ਕਰਨੀ, ਰਾਤ ਦਿਨ ਦੁਹਾਈ ਦੇਣੀ ਹੈ ਪਰਮੇਸ਼ਰ ਦੇ ਅੱਗੇ। ਹਾਲੇਲੂਇਆ। ਔਰ ਪਰਮੇਸ਼ਰ ਤੁਹਾਨੂੰ ਬਰਕਤ ਦੇਗਾ, ਜਿਸ ਕੰਮ ਦੇ ਲਈ ਤੁਸੀਂ ਦੁਆ ਕਰਦੇ ਤੁਹਾਨੂੰ ਦੇਗਾ। ਅਗਲੀ ਆਇਤਾਂ 'ਚ ਪ੍ਰਭੂ ਨੇ ਸਾਨੂੰ ਇਹ ਸਮਝਾਤਾ ਕਿ ਦੁਆ ਕਰਨ ਡੈ ਪਏ ਆ ਤੇ ਘਮੰਡ ਨਹੀਂ ਕਰਨਾ। ਭਗਤੀ ਦਾ ਘਮੰਡ ਹੁੰਦਾ ਕਈਆਂ ਨੂੰ, ਰੋਜ਼ਿਆਂ ਦਾ ਘਮੰਡ ਹੁੰਦਾ ਕਈਆਂ ਨੂੰ। ਤੁਹਾਨੂੰ ਪਤਾ ਜਦੋਂ ਤੁਸੀਂ ਜ਼ਿਆਦਾ ਰੋਜ਼ੇ ਰੱਖ ਕੇ ਦੁਆ ਕਰਦੇ ਜੇ, ਪਤਾ ਕੀ ਹੁੰਦਾ, ਬਦਰੂਆਂ ਜਿਹੜੀਆਂ ਉਹ ਛਿੜ ਜਾਂਦੀਆਂ, ਇਹ ਖਿੱਖਰਾਂ ਹੁੰਦੀਆਂ ਛਿੜ ਜਾਂਦੀਆਂ। ਤੁਸੀਂ ਵੇਖ ਨਾ ਖਿੱਖਰ ਲਾਈ ਦੀ ਕਈ ਵਾਰੀ ਕੀ ਹੁੰਦਾ ਭਲਾ, ਬੋਲਦੇ ਨੇ ਭੁੰਡਾਂ ਦੀ ਖਿੱਖਰ ਲਾਈਏ ਤੇ ਬਾਅਦ ਚ ਕੀ ਹੁੰਦਾ ਭਲਾ, ਉਹ ਕਈ ਵਾਰੀ ਜਿਹੜੇ 2-3 ਰਹਿ ਜਾਂਦੇ ਨੇ ਉਹ ਵਾਪਸ ਘੁੰਮਦੇ ਉੱਥੇ ਆ ਕੇ ਵੇਂਦੇ ਇੱਥੇ ਸਾਡੀ ਖਿੱਖਰ ਹੀ। ਜਦੋਂ ਤੁਸੀਂ ਫਾਸਟਿੰਗ ਕਰਦੇ ਜੇ, ਪ੍ਰੇਅਰ ਕਰਦੇ ਜੇ, ਬਦਰੂਆਂ ਦੀਆਂ ਖਿੱਖਰਾਵਾਂ ਲੱਥਦੀਆਂ ਵਾ ਤੁਹਾਡੇ ਜ਼ਿੰਦਗੀ ਚੋਂ, ਪਰ ਉਹ ਫੇਰ ਆਉਂਦੀਆਂ ਜੀ। ਯਿਸੂ ਮਸੀਹ ਨੇ ਕਿਹਾ ਨਾ, ਉਹ ਫੇਰ ਆਉਂਦਾ, 7 ਹੋਰ ਨਾਲ ਲੈ ਕੇ ਆਉਂਦਾ। ਉਹਨੂੰ ਹੁਣ ਮੇਨਟੇਨ ਕਿੱਦਾਂ ਕਰਨਾ ਸੀ, ਜ਼ਰੂਰੀ ਨਹੀਂ ਉਹ ਤੁਹਾਡਾ ਕੋਠਾ ਆ ਕੇ ਢਾ ਦੇ, ਤੁਹਾਡੇ ਨਿਆਣੇ ਮਾਰ ਦੇ। ਮਸੀਹ ਲੋਕਾਂ 'ਚ ਜਿਹੜਾ ਸਭ ਤੋਂ ਵੱਡਾ ਗੁਨਾਹ ਇਹੋ ਹੀ ਪਾਇਆ ਜਾਂਦਾ ਕਿ ਉਹ ਘਮੰਡੀ ਬਣ ਜਾਂਦੇ, ਦੂਜਿਆਂ ਨੂੰ ਤੁੱਛ ਸਮਝਣ ਡੈ ਪੈਂਦੇ। ਬਾਈਬਲ ਦੇ ਵਿੱਚ ਲਿਖਿਆ ਮੇਰਾ ਯਿਸੂ ਮਸੀਹ ਪਾਪੀ ਲੋਕਾਂ ਦੇ ਨਾਲ ਬਹਿ ਕੇ ਖਾਂਦਾ ਪੀਂਦਾ ਸੀ। ਉਸ ਸਮੇਂ ਦੇ ਧਾਰਮਿਕ ਆਗੂ ਯਿਸੂ ਮਸੀਹ ਦੇ ਚੇਲਿਆਂ ਨੂੰ ਕਹਿੰਦੇ ਨਾ, ਕਹਿੰਦੇ ਤੁਹਾਡਾ ਗੁਰੂ ਕਿੱਦਾਂ ਦਾ, ਇਹਦੇ ਪਾਪੀਆਂ ਲੋਕਾਂ ਕਿਸੇ ਕੰਮ ਦੇ ਨਹੀਂ ਉਹਨਾਂ ਨਾਲ ਬਹਿ ਕੇ ਖਾਂਦਾ ਪੀਂਦਾ। ਯਿਸੂ ਮਸੀਹ ਕਹਿੰਦਾ ਨਵੇਂ ਨਰੋਏ ਲਈ ਨਹੀਂ ਮੈਂ ਆਇਆ, ਬਿਮਾਰਾਂ ਲਈ ਆਇਆ ਮੈਂ। ਹਾਲੇਲੂਇਆ। ਮੈਂ ਧਰਮੀਆਂ ਨੂੰ ਬਚਾਉਣ ਲਈ ਨਹੀਂ, ਪਾਪੀਆਂ ਨੂੰ ਬਚਾਉਣ ਦੇ ਲਈ ਆਇਆ। ਔਰ ਜੋ ਮਿਸ਼ਨ ਯਿਸੂ ਦਾ ਸੀ ਉਹ ਮੇਰਾ ਤੇ ਤੁਹਾਡਾ ਹੈ, ਤੇ ਅਸੀਂ ਨਕੰਮਿਆਂ ਨੂੰ ਤੁਸੀਂ ਸਮਝੀ ਜਾਂਦੇ। ਕੋੜੀਆਂ ਨੂੰ ਕੋਈ ਲਾਗੇ ਨਹੀਂ ਲੱਗਣ ਦਿੰਦਾ। ਯਿਸੂ ਮਸੀਹ ਨੇ ਹੱਥ ਵਧਾ ਕੇ ਕੋੜੀ ਨੂੰ ਛੂਇਆ ਤੇ ਉਹਦਾ ਕੋੜ ਚਲਾ ਗਿਆ। ਹਾਲੇਲੂਇਆ। ਇੱਕ ਬੰਨੇ ਆਪਾਂ ਦੁਆ ਕਰਦੇ, ਪ੍ਰਭੂ ਮੈਂ ਕੋੜੀਆਂ ਦੇ ਉੱਤੇ ਹੱਥ ਰੱਖਾਂ, ਕੋੜੀ ਸ਼ੁੱਧ ਹੋ ਜਾਣ, ਤੇ ਦੁਆ ਕਰਨ ਤੋਂ ਬਾਅਦ ਹੱਥ ਰੱਖਣ ਨੂੰ ਜੀ ਨਹੀਂ ਕਰਦਾ, ਗਲਿਆਣ ਹੁੰਦੀ ਆ। ਮੈਂ ਆਸ਼ੀਸ਼ਾਂ ਦੇ ਅੰਦਰ ਪ੍ਰਵੇਸ਼ ਕਰਨਾ ਆ, ਇਹ ਮੇਰੀਆਂ ਗਵਾਹੀਆਂ ਹੋਣਗੀਆਂ, ਪਰ ਮੈਂ ਘਮੰਡੀ ਨਹੀਂ ਹੋਵਾਂਗਾ। ਹਾਲੇਲੂਇਆ। ਪ੍ਰਭੂ ਕਹਿੰਦਾ ਉਹ ਨਹੀਂ, ਇਹ ਮਸੂਲੀਆ ਜਿਹੜਾ ਕਹਿੰਦਾ ਪ੍ਰਭੂ ਮੈਂ ਪਾਪੀ, ਮੇਰੇ ਤੇ ਕੀ ਕਰ। ਉਹ ਆਪਣੇ ਜੀਜ ਕਹਿੰਦਾ ਪ੍ਰਭੂ ਇਹਦੇ ਵਰਗਾ ਵਿਆੜਾ ਖਲੋਤਾ ਨਾ, ਇਹਦੇ ਵਰਗਾ ਨਹੀਂ ਮੈਂ ਤੇ ਬਹੁਤ ਹੀ ਵਧੀਆ। ਜਦੋਂ ਟਹਿਣੀ ਜਿਹੜੀ ਆ ਉਹਨੂੰ ਫਲ ਲੱਗਣਾ ਸ਼ੁਰੂ ਹੁੰਦਾ ਹੈ, ਇੱਧਰ ਦੇਖੋ ਸਾਰੇ ਮੇਰੇ ਹਾਲ, ਜਦੋਂ ਟਹਿਣੀ ਨੂੰ ਫਲ ਲੱਗਣਾ ਸ਼ੁਰੂ ਹੁੰਦਾ ਤੇ ਉਹ ਟਹਿਣੀ ਭਾਰੀ ਹੋਣ ਡੈ ਪੈਂਦੀ। ਕੀ ਹੋਣ ਡੈ ਪੈਂਦੀ ਟਹਿਣੀ, ਤੇ ਉਹਦਾ ਝੁਕਾਅ ਫਿਰ ਕਿਆਂ ਨੂੰ ਜਾਣ ਡੈ ਪੈਂਦਾ, ਬੋਲਦੇ ਨਹੀਂ, ਹੇਠਾਂ ਨੂੰ ਜਾਣ ਡੈ ਪੈਂਦਾ। ਪਰ ਕੁਝ ਲੋਕਾਂ ਨੂੰ ਜਦੋਂ ਫਲ ਲੱਗਦਾ ਨਾ, ਉਹ ਹੇਠਾਂ ਨੂੰ ਨਹੀਂ ਜਾਂਦੇ, ਉਹ ਕਹਿ ਨੂੰ ਜਾਂਦੇ ਆ, ਉਹ ਤਾਂ ਨੂੰ। ਜਿਹੜਾ ਧੌਣ ਦਾ ਕੜੇਵਾ ਕਰੇ ਕੀ ਹੋਊ, ਉਹ ਭੰਨ ਦਿੱਤਾ ਜਾਊਗਾ। ਆਕੜਬਾਜ਼ ਨਹੀਂ ਬਣਨਾ, ਆਕੜਨਾ ਨਹੀਂ ਪਰਮੇਸ਼ਰ ਦੇ ਅੱਗੇ, ਦਿਨ ਪ੍ਰਤੀ ਦਿਨ ਨੀਵੇਂ ਹੋਈ ਜਾਣਾ, ਨੀਵੇਂ ਹੋਈ ਜਾਣਾ। ਹੈ ਸੰਤ ਪਲੂਸ ਲਿਖਦਾ, ਮੇਰਾ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ,
ਔਰ ਕਹਿੰਦਾ ਉਹਨਾਂ ਪਾਪੀਆਂ ਦੇ ਵਿੱਚੋਂ ਮੈਂ ਜਿਹੜਾ ਸੀ ਉਹ ਸਭ ਤੋਂ ਵੱਡਾ ਮਹਾਪਾਪੀ ਹਾਂ। ਜਦੋਂ ਅਸੀਂ ਨੀਵੇਂ ਕਰਦੇ ਹਾਂ ਆਪਣੇ ਆਪ ਨੂੰ, ਪ੍ਰਭੂ ਸਾਨੂੰ ਉੱਚਾ ਕਰਦਾ ਹੈ। ਚੇਲੇ ਆਪਸ ਵਿੱਚ ਬਹਿਸ ਪਏ। ਪਤਰਸ ਕਹਿੰਦਾ ਮੈਂ ਵੱਡਾ, ਅੰਦਰਿਆਸ ਕਹਿੰਦਾ ਤੂੰ ਐਵੇਂ ਵੱਡਾ, ਪਹਿਲਾਂ ਤੇ ਮੈਂ ਆਇਆ ਸੀ ਯਿਸੂ ਮਸੀਹ ਦੇ ਕੋਲ। यूहन्ना कहता मैं ਉਹਦੀ ਕਾਸ਼ 'ਚ ਵੜ ਕੇ ਬੈਠਾ, मैं ਵੱਡਾ। ਇਦਾਂ ਜਿੱਦੀਬਾਜੀ ਕਰੀ ਜਾਂਦੇ ਆ। ਉਦੋਂ ਨੂੰ ਯਿਸੂ ਮਸੀਹ ਆ ਗਿਆ, ਕਹਿੰਦੇ ਜੀ ਚਲੋ ਯਿਸੂ ਮਸੀਹ ਨੂੰ ਪੁੱਛ ਲੈਂਦੇ। ਯਿਸੂ ਮਸੀਹ ਨੂੰ ਕਹਿੰਦੇ ਸਾਡੇ 'ਚੋਂ ਵੱਡਾ ਕੌਣ? ਲਿਖਿਆ ਯਿਸੂ ਮਸੀਹ ਨੇ ਇੱਕ ਛੋਟੇ ਬਾਲਕ ਨੂੰ ਵਿਚਾਲੇ ਖੜਾ ਕਰਕੇ ਕਿਹਾ, ਅਗਰ ਤੁਸੀਂ ਸਵਰਗ 'ਚ ਵੱਡੇ ਬਣਨਾ ਚਾਹੁੰਦੇ ਇਸ ਬੱਚੇ ਦੀ ਤਰ੍ਹਾਂ ਬਣੋ। ਤੁਹਾਡੇ ਦੇਖੋ ਆ ਛੋਟਾ ਜਿਹਾ ਬੱਚਾ ਖੇਡ ਰਿਹਾ, ਏਡੇ ਕੁ ਬੱਚੇ ਨੂੰ ਮਾਂ ਪੁਕੇਰੀ ਚਪੇੜਾ ਮਾਰਦੇ, ਕੰਨ ਲਾਲ ਕਰ ਦਿੰਦੇ ਆ। ਉਹ ਤਾਂ ਵੀ ਥੋੜਾ ਚਿਰ ਊਆ ਕਰਕੇ ਤੇ ਫੇਰ ਆ ਕੇ ਕਿੱਥੇ ਬਹਿ ਜਾਂਦਾ? ਬਾਪੂ ਦੀ ਗੋਦੀ 'ਚ। ਉਹ ਨਿਆਣਾ ਜਦੋਂ ਵੱਡਾ ਹੋ ਜਾਂਦਾ ਕਈ ਰੁਪਏ ਦਬਕਾ ਹੀ ਮਾਰਦਾ, ਚੱਲ ਨਿਕਲ ਜਾ ਇੱਥੋਂ, ਵੜੀ ਨਾ ਘਰ 'ਚ। ਕੀ ਹੁੰਦਾ? ਉਹ ਸੱਚੀ ਚੱਲ ਜਾਂਦਾ, ਕਿਉਂਕਿ ਹੁਣ ਸਿਆਣਾ ਹੋ ਗਿਆ। ਆਪਨੇ ਇੰਨੇ ਸਿਆਣੇ ਨਹੀਂ ਬਣਨਾ। ਹਾਲੇਲੂਇਆ। ਇੰਨੇ ਸਿਆਣੇ ਮਤ ਬਣੋ। ਯਿਸੂ ਮਸੀਹ ਨੇ ਕਿਹਾ ਆਪਦਾ ਸੁਭਾਅ ਬੱਚਿਆਂ ਦੀ ਤਰ੍ਹਾਂ ਹੋਣਾ ਚਾਹੀਦਾ। ਕਈ ਵੇਖਿਆ ਨਾ ਨਿਆਣੇ ਲੜ ਪੈਂਦੇ ਆ, ਇੱਕ ਦੂਜੇ ਦੇ ਘਰੂੜ ਘਰਾੜ ਵੀ ਫੇਰ ਦਿੰਦੇ ਆ, ਤੇ ਮੁੜ ਕੇ ਨਿਆਣਿਆਂ ਤੋਂ ਕੌਣ ਲੜ ਪੈਂਦੇ? ਸਿਆਣੇ। ਤੇ ਸਿਆਣੇ ਕਈ ਸਾਲ ਨਹੀਂ ਬੋਲਦੇ, ਤੇ ਨਿਆਣੇ 10 ਮਿੰਟਾਂ ਬਾਅਦ ਫੇਰ ਇਕੱਠੇ ਖੇਡਣ ਦੇ ਹੁੰਦੇ। ਜਦੋਂ ਅਸੀਂ ਪਰਮੇਸ਼ਰ ਦੇ ਲੋਕ ਆ, ਜਦੋਂ ਸਾਨੂੰ ਕੋਈ ਬੁਰਾ ਬੋਲਦਾ ਹੈ, ਸਾਨੂੰ ਕੋਈ ਬੁਰਾ ਕਹਿੰਦਾ ਆ, ਸਾਨੂੰ ਬੁਰਾ ਲੱਗਦਾ ਆ, ਮਹਿਸੂਸ ਵੀ ਹੁੰਦਾ ਹੈ, ਪਰ ਦੁਆ ਕਰੋ ਕਿ ਛੇਤੀ ਚਲਾ ਜਾਵੇ ਤੁਹਾਡੇ ਅੰਦਰ। ਹਾਲੇਲੂਇਆ। ਔਰ ਜ਼ੋਰ ਸੇ ਬੋਲੋ ਹਾਲੇਲੂਇਆ। ਆਪ ਦੱਸੋ ਕਿੰਨੀ ਵਾਰੀ ਤੁਹਾਡੇ ਜੋ ਕਈਆਂ ਨਾ ਹੋਇਆ ਹੋਵੇਗਾ, ਸਾਡਾ ਮਾਂ-ਬਾਪ ਕਿੰਨੀ ਵਾਰੀ ਸਾਨੂੰ ਕਹਿ ਦਿੰਦਾ ਜਦੋਂ ਆਪਾਂ ਗਲਤੀਆਂ ਕਰਦੇ ਆ, ਜਾ ਨਿਕਲ ਜਾ ਮੇਰੀ ਨਜ਼ਰਾਂ ਦੇ ਸਾਹਮਣੇ ਨਾ ਆਈ। ਫਿਰ ਪੰਜਾਬੀ ਚ ਕਹਿੰਦੇ ਕੁੱਤੇ ਖਾਣੀ ਕਰਾ ਕੇ ਫਿਰ ਉੱਥੇ ਹੀ ਰਹਿੰਦੇ। ਸ਼ਾਮਾਂ ਨੂੰ ਫਿਰ ਮਾਂ ਦੇ ਗੋਦੀ ਲਾ ਕੇ ਬਹਿ ਕੇ ਪਰੌਂਠੇ ਖਾਣ ਦਿੰਦੇ, ਕਿਉਂਕਿ ਘਰ ਵਾ ਜੀ ਆਪਣਾ, ਪਿਓ ਆਪਣਾ। ਫਿਰ ਕੀ ਹੋਇਆ? ਤੇ ਕਈ ਪਾਸਟਰ ਉਹਦਾ ਪਾਪਾ ਜੀ ਕਹਿਣਗੇ, ਤੇ ਪਾਪਾ ਜੀ ਨੇ ਇੱਕ ਦਬਕਾ ਮਾਰਿਆ, ਕਹਿੰਦੇ ਬੜਿਆ ਫਿਰਦਾ ਪਾਪਾ ਜੀ। ਸਾਡੇ ਕੋਲ ਸਿਆਪੇ ਹੁੰਦੇ ਜਿਹੜੇ, ਉਹ ਕਲਾਮ ਚ ਲਿਖਿਆ ਗੱਲੀ ਬਾਤੀ ਨਹੀਂ ਕਰਨੀ, ਤੇ ਦੁਬਾਰਾ ਪਰਮੇਸ਼ਰ ਦੇ ਨਾਲ ਪਿਆਰ ਕਰੋ। ਆਪ ਸਭ ਤੋਂ ਪਹਿਲਾਂ ਇਹ ਸਿੱਖਣਾ ਹੈ, आपने प्रार्थना करनी और सिर्फ प्रार्थना करनी, सिर्फ प्रार्थना करनी। ते सुस्ती, बोलो सुस्ती नहीं करनी। मेरा अज सवेरे तजर्बा आया, मैं अज सवेरे दुआ कर रहा सी, बैठते सी, मैं प्रार्थना कर रहा, मैं प्रभु अज मैनू कोई ना तजर्बा दे। मैं दुआ कर रहा तो इलाके सारे सुते सी, मैं दुआ कर रहा तो मैनू नींद आ गई, ते मैनू आवाज मारी मेरा नाम लैके, उठ सौना क्यों? जो उठिया तो मैं वेख्या नियाणे भी सुते, जैसमीन भी सुती, हरजीत इधर बाहर सुता सी, मैं टाइम वेख्या फिर उठन का भी नहीं टाइम होया। और मैं धन्नवाद किया, प्रभु ने तजर्बा देता। हालेलुया। वो तुहाडी मदद करदा दुआ करन च। पतरस जिहड़ा सी गतसमनी बाग च दुआ करदा ते की करदा? सौंदा आ। यीशु मसीह ने आके 2 बार इहनूं जगाया। बोलो हालेलुया। आप कुछ करन दी कोशिश ते करो, कुछ करन दी कोशिश ते करो। ਨਿਆਣਾ ਜਿਹੜਾ ਵਾ ਪਹਿਲੇ ਦਿਨ ਥੋੜਾ ਉਹਨੂੰ ਤੁਸੀਂ ਕਲਮ ਫੜਾਉਂਦੇ ਜੇ ਤੈਨੂੰ ਕਹਿੰਦੇ ਲਿਖ ਏ, ਤੇ ਪਹਿਲੇ ਦਿਨ ਥੋੜਾ ਫੜ ਕੇ ਅੱਲਾਹ ਜੀ ਲਿਖਤੀ ਏ, ਉਹ ਪਹਿਲੇ ਦਿਨ ਉਹਨੂੰ ਏ ਦੀ ਇੱਕ ਡੰਡੀ ਖਿੱਚਣ ਦੇ ਲਈ ਜਲ ਥਲ ਲਗਾਉਣਾ ਪੈਂਦਾ। ਬੋਲੋ ਇਦਾਂ ਨਹੀਂ ਹੈ ਕਿ ਨਹੀਂ? ਆਪਾਂ ਦੇਖਦੇ ਹਾਂ ਜਦੋਂ ਬੱਚਾ ਸਕੂਲ 'ਚ ਜਾਂਦਾ ਹੈ, ਨਰਸਰੀ ਦੇ ਵਿੱਚ, ਉਹਨੂੰ ਅੱਧੇ ਅੱਖਰ ਪਾ ਕੇ ਦਿੱਤੇ ਜਾਂਦੇ ਆ ਵੀ ਇਹਨੂੰ ਕੰਪਲੀਟ ਕਰ। फिर उन्होंने कोई अखर नहीं पा के दिता जाता भी तू अपने आप सारे नूं बना है। किसी वेले ना वो जो ए लिखदा ना करदा, कई कुछ हुंदा उहनूं। बोलो करदे नियाणे तक नहीं करदे हैं? पर एक समा आउंदा है, उसे बच्चे नूं तुसीं कहंदे एप्पल लिखण लई कहंदे ओ APPLE एप्पल झट ही लिख दिंदा। पर ये सब कुछ पहले दिन तो नहीं हुंदा। ਤੁਸੀਂ ਉਹਦੀ ਬਾਰ-ਬਾਰ ਰਿਹਰਸਲ ਕਰਾਉਂਦੇ, ਤੁਹਾਡੇ ਟੀਚਰ ਰਿਹਰਸਲ ਕਰਾਉਂਦੇ, ਉਹਨੂੰ ਬਾਰ-ਬਾਰ ਸਿਖਾਲਿਆ ਜਾਂਦਾ ਹੈ। ਦੇਖੋ ਇੱਥੋਂ ਤੱਕ ਕਹੀ ਆਪਾਂ ਬੱਚੇ ਦਾ ਹੱਥ ਫੜ ਕੇ ਨਾਲ ਫੇਰ ਉਹਦੇ ਕੋ ਅੱਖਰ ਪਾਉਣੇ। ਆਪ ਦੁਆ ਕਰਨ ਬੈਠੇ, ਆਪ ਨੂੰ ਨੀਂਦ ਵੀ ਆਏਗੀ, ਉਂਗਲਾਹਟ ਵੀ ਆਏਗਾ, ਧਿਆਨ ਵੀ ਭਟਕੇਗਾ, ਕਿਤੇ ਜਾਏਗਾ, ਪਰ ਆਪਨੇ ਹਟਣਾ ਨਹੀਂ ਆ। ਹਾਲੇਲੂਇਆ।
ਸਦਾ ਦੁਆ ਦੇ ਵਿੱਚ ਬੋਲੋ ਲੱਗੇ ਰਹਿਣਾ, ਸਦਾ ਪ੍ਰਾਰਥਨਾ 'ਚ ਲੱਗੇ ਰਹਿਣਾ, ਹਟਣਾ ਨਹੀਂ ਹੈ, ਕਰੀ ਜਾਣਾ ਕਰੀ ਜਾਣਾ। ਔਰ ਇੱਕ ਦਿਨ ਤੁਹਾਨੂੰ ਸਮਝ ਆ ਜਾਏਗੀ ਕਿ ਯਾਰ ਆ ਤਾਂ ਮੈਂ ਬੜੀ ਵਧੀਆ ਦੁਆ ਡੈ ਪਿਆ ਕਰਨ। ਤੇ ਉਸ ਦਿਨ ਘਮੰਡੀ ਨਹੀਂ ਬਣ ਜਾਣਾ, ਉਸ ਦਿਨ ਕੀ ਕਰਨਾ ਪਰਮੇਸ਼ਰ ਦਾ। ਹਾਲੇਲੂਇਆ। ਪ੍ਰਭੂ ਤੇਰੇ ਫਜ਼ਲ ਦੇ ਲਈ ਤੇਰਾ ਧੰਨਵਾਦ। ਅੱਜ ਮੈਂ ਜੋ ਕੁਝ ਵੀ ਹਾਂ ਮੈਂ ਤੇਰੀ ਕਿਰਪਾ ਦੇ ਦੁਆਰਾ ਆਇਆ। ਬੋਲੋ ਹਾਲੇਲੂਇਆ ਹਾਲੇਲੂਇਆ। ਦੁਆ ਕਰਦਿਆਂ ਕਦੇ ਨਹੀਂ ਕਹਿਣਾ ਕਿ ਪ੍ਰਭੂ ਮੈਂ ਦੂਜਿਆਂ ਵਰਗਾ ਨਹੀਂ ਹਾਂ। ਆਪ ਨੇ ਦੁਆ ਕਰਦਿਆਂ ਹਮੇਸ਼ਾ ਕਹਿਣਾ ਆ ਪ੍ਰਭੂ ਮੈਂ ਕੁਝ ਨਹੀਂ ਹਾਂ ਪਰ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ। ਬੋਲੋ ਹਾਲੇਲੂਇਆ। आपने किसी इंसान वर्गे नहीं बनना, आपने मेरे वर्गे नहीं बनना। ठीक है, साडे पंजाब च बड़े बड़े महान पास्टर बन गए ने, अपोस्टल प्रॉफिट बन गए। आपने किसी वर्गा नहीं बनना, आपने यीशु जैसा बनना है। बोलो हालेलुया। हाथ उठा के बोलो हालेलुया। वचन दे विच किते नहीं लिखिया है कि तुहाडा सुभाअ जिहड़ा वा फलाणे पास्टर वर्गा होवे, लिखिया तुहाडा सुभाअ ओह होवे जिहड़ा सुभाअ किहदा सी, प्रभु यीशु मसीह दा सी। कई साडे कह दिंदे आ ਇਹ ਜੀ ਤੁਸੀਂ फलाणे बंदे नूं नबी ਮੰਨਦੇ जे। हाँ नबी ਮੰਨਦੇ, पर मुक्ति नबी दे द्वारा थोड़ा है, मुक्ति अपोस्टल दे द्वारा भी नहीं है, मुक्ति पास्टर दे द्वारा भी नहीं है, मुक्ति यीशु दे नाम दे विच है। आमीन। किहदे नाम च मुक्ति है? यीशु दे नाम दे विच। सानू बीमारियां तो कौन चंगा करदा? प्रभु यीशु चंगा करदा। सानू बरकत कौन दिंदा? प्रभु यीशु दिंदा है। मैं जे प्रचार कर रहा तो मैं ओदी सामर्थ दे नाल कर रहा। बोलो हालेलुया। जे मैं गाउंदा वां ते मैं ओदी सामर्थ दे नाल गाउंदा है। ये सब कहे दा क्रेडिट जिहड़ा मेरे खुदावंद यीशु नूं जांदा है, ओही आदर दे योग है, ओही महिमा दे योग है। बोलो हालेलुया। और जोर से हालेलुया। हुण 15 दे विच आ जावांगे, तीसरा पाठ। लोग अपने ਨਿਆਣਿਆਂ ਨੂੰ ਉਹਦੇ ਕੋਲ ਲਿਆਏ ਤਾਂ ਜੋ ਉਹ ਉਹਨਾਂ ਨੂੰ ਛੂਏ, ਪਰ ਚੇਲਿਆਂ ਨੇ ਵੇਖ ਕੇ ਉਹਨਾਂ ਨੂੰ ਝਿੜਕਿਆ। ਅੱਜ ਕੱਲ ਵੀ ਕਈ ਚੇਲੇ ਪਾਸਟਰਾਂ ਦੇ ਨਾਲ ਇਦਾਂ ਦੇ ਰੱਖੇ ਨਾ, ਮਹਿਮਾਨ ਤੂੰ ਵੀ ਆ ਜਾ, ਸ਼ਾਬਾਸ਼। ਮੰਨ ਲਓ ਰਹਿਮਾਨ ਪਾਸਟਰ ਵਾ, ਠੀਕ ਹੈ, ਅਰਜੀਤ ਖੜਾ ਇਦਾਂ ਦੇ ਨਮੂਨੇ ਦੇਖੇ ਕਿਸੇ ਨੇ ਅੱਜ ਕੱਲ ਪਾਸਟਰਾਂ ਦੇ ਵਾਲੇ ਹੈ? ਕਈ ਲੋਕ ਆਉਣਗੇ ਪਾਸਟਰ ਦੇ ਲਾਗੇ ਜਾਣਾ ਤੇ ਉਹਨਾਂ ਨੇ ਇਦਾਂ ਹੱਥ ਫੜੇ ਹੁੰਦੇ ਤੇ ਉਹ ਪਤਾ ਕੀ ਕਰਦੇ? ਦਲੱਤੇ ਮਾਰਦੇ ਲੱਗ ਚਲ ਪਰੇ ਹੋ ਪਰੇ ਹੋ, ਹੈ ਇਦਾਂ ਕਰਦੇ ਆ। ਇੱਥੇ ਵੀ ਲਿਖਿਆ ਚੇਲੇ ਆ ਯਿਸੂ ਮਸੀਹ ਦੇ। ਲੋਕ ਨਿਆਣਿਆਂ ਨੂੰ ਕਿਹਦੇ ਕੋਲ ਲੈ ਕੇ ਆਏ? ਪ੍ਰਭੂ ਯਿਸੂ ਦੇ ਕੋਲ। ਯਿਸੂ ਮਸੀਹ ਨਾਲੋਂ ਕੋਈ ਵੱਡਾ ਨਹੀਂ ਹੈ। ਯਿਸੂ ਮਸੀਹ ਇਸ ਦੁਨੀਆ ਤੇ ਆ ਕੇ VIP ਨਹੀਂ ਬਣਿਆ। ਉਹਨੇ ਇਸ ਧਰਤੀ ਤੇ ਕੁਝ ਨਹੀਂ ਆਪਣਾ ਬਣਾਇਆ, ਨਾ ਉਹਦਾ ਆਪਣਾ ਘਰ ਸੀ ਇਸ ਧਰਤੀ ਤੇ, ਠੀਕ ਹੈ। ਜਿਹੜੀ ਸਲੀਬ ਤੇ ਚੜਿਆ ਉਹ ਬਰੱਬੇ ਡਾਕੂ ਦੀ ਸੀ। ਜਿਹੜੀ ਕਬਰ ਦੇ ਵਿੱਚ ਉਹਨੂੰ ਰੱਖਿਆ ਗਿਆ, ਉਹ ਕਬਰ ਜਿਹੜੀ ਸੀ ਯੂਸਫ ਨਾਂ ਦਾ ਇੱਕ ਬੰਦਾ ਸੀ, ਅਰਮਤੀਆ ਦਾ, ਠੀਕ ਆ, ਉਹਦੀ ਕਬਰ ਸੀ। ਉਹਨੇ ਆਪਣੀ ਕਬਰ 'ਚ ਯਿਸੂ ਮਸੀਹ ਨੂੰ ਰੱਖਿਆ। ਜਿਹੜੀ ਖੁਰਲੀ ਦੇ ਵਿੱਚ ਪੈਦਾ ਹੋਇਆ, ਉਹ ਖੁਰਲੀ ਵੀ ਪਤਾ ਨਹੀਂ ਕਿਹੜੀ ਗਾਂ ਮੱਝ ਦੀ ਸੀ। ਕੁਝ ਨਹੀਂ ਉਹਨੇ ਬਣਾਇਆ ਇੱਥੇ ਆਪਣਾ। ਲੋਕ ਯਿਸੂ ਮਸੀਹ ਦੇ ਕੋਲ ਚੇਲੇ, ਯਿਸੂ ਮਸੀਹ ਦੇ ਕੋਲ ਨਿਆਣਿਆਂ ਨੂੰ ਲੈ ਕੇ ਆਉਂਦੇ ਤੇ ਚੇਲੇ ਗਾੜੀਆਂ ਕੀ ਮਾਰਦੇ ਆ? ਦਬਕੇ। ਯਿਸੂ ਮਸੀਹ ਨੇ ਕਿਹਾ ਜਿਹੜਾ ਜਿੱਤੇਗਾ ਉਹਨੂੰ ਮੈਂ ਆਪਣੇ ਨਾਲ ਸਿੰਘਾਸਣ ਉੱਤੇ ਬਿਠਾਵਾਂਗਾ। ਹਾਲੇਲੂਇਆ। बैठो, खुदा बरकत दे। तो ऐसे पास्टर नहीं बनना कि ताड़े लागे ना कोई बह सके। ये जी कुर्सी के दिया, ये संतां दी कुर्सी है। किहदी कुर्सी है? इहदे ते किसी नूं बैठण दा अधिकार नहीं। ओहो, ते क्या खतरनाक सिक्ख्यावां तुर पईयां ने। बाइबल च लिखिया ओ मेरा पिता ते मैं ओदा बेटा हां, ओदी बेटी हां। अच्छा, बच्चे भला की कर दिंदे हैं? बच्चे कई कोशिश आ, मैं सुबह कोट प्रैस कर रहा ते क्रिस्टोफर मैनू कहंदा बाहर थोड़ा चिर होर वा, हां मैनू आउणा मुड़ के।
ਬੱਚੇ ਕੋਸ਼ਿਸ਼ ਕਰਦੇ ਕਈ ਡੈਡੀ ਦਾ ਕੋਟ ਪਾਉਣ ਦੀ ਹੈ। ਕਈ ਵਾਰੀ ਬਾਪ ਤੁਰਿਆ ਜਾਂਦਾ ਤਾਂ ਕਈ ਵਾਰੀ ਨਾ ਥਾਂ ਗਿੱਲਾ ਹੋਵੇ ਜਾਂ ਰੇਤਾ ਵਾਲਾ ਹੋਵੇ ਤੇ ਜਿੱਥੇ ਜਿੱਥੇ ਨਿਸ਼ਾਨ ਪੈਂਦੇ ਨਾ, ਨਿਆਣੇ ਦੀਆਂ ਲਾਂਘਾਂ ਛੋਟੀਆਂ ਹੁੰਦੀਆਂ, ਬਾਪ ਦੀਆਂ ਵੱਡੀਆਂ ਹੁੰਦੀਆਂ, ਤੇ ਕਈ ਵਾਰੀ ਬੱਚੇ ਵੀ ਕਰਕੇ ਹੈ ਉੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਕਿ ਜਿੱਥੇ ਜਿੱਥੇ ਮੇਰੇ ਬਾਪੂ ਦਾ ਪੈਰ ਆਇਆ ਮੇਰਾ ਪੈਰ ਵੀ ਉੱਥੇ ਉੱਥੇ ਆ। ਮੈਂ ਜਰਾਬਾਂ ਲੈ ਕੇ ਉਹਨਾਂ ਤੇ ਮੇਰੀਆਂ ਜਰਾਬਾਂ ਕ੍ਰਿਸਟੋਫਰ ਪਾ ਲੈਂਦਾ, ਤੇ ਮੈਂ ਉਹਨੂੰ ਕਿਹਾ ਤੈਨੂੰ ਆ ਜਾਂਦੀ, ਤੇ ਮੈਂ ਵੇਖਿਆ ਵਾਕਿਆ ਉਹਨੂੰ ਮੇਰੀਆਂ ਜਰਾਬਾਂ ਆ ਜਾਂਦੀਆਂ। ਅਸੀਂ ਜਿਹੜੇ ਇਸ ਧਰਤੀ ਤੇ ਪਿਤਾ ਆ ਨਾ, ਅਸੀਂ ਤੇ ਬੜੇ ਨਖੇਦਮ ਆ, ਪਰ ਜਿਹੜਾ ਸਾਡਾ ਸਵਰਗੀ ਪਿਤਾ ਹੈ ਉਹ ਤੇ ਬੜਾ ਹੀ ਸਾਡੇ ਪਿਤਾ ਇਹ ਧਰਤੀ ਦੇ ਪਿਓਾਂ ਨਾਲੋਂ ਬੜਾ ਵਧੀਆ ਹੈ। ਬੋਲੋ ਹਾਲੇਲੂਇਆ। ਚੇਲੇ ਝਿੜਕਦੇ ਨਿਆਣੇ ਕੀ ਰੌਲਾ ਪਾਇਆ, ਚੁੱਪ ਕਰ। ਲਿਖਿਆ ਪਰ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ। ਚੇਲੇ ਝਿੜਕਦੇ ਆ, ਪਰ ਯਿਸੂ ਮਸੀਹ ਨੇ ਕੀ ਕੀਤਾ? ਉਹਨਾਂ ਨੂੰ ਕੋਲ ਸੱਦਿਆ। ਕਿਆ ਛੋਟੇ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਵਰਜੋ, ਕਿਉਂ ਜੋ ਪਰਮੇਸ਼ਰ ਦਾ ਰਾਜ ਇਹੋ ਜਿਹਾਂ ਦਾ ਹੈ। ਹਾਲੇਲੂਇਆ। ਤੇ ਮੈਂ ਤੁਹਾਨੂੰ ਸੱਚ ਆਖਦਾ ਵੀ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈ ਕਬੂਲ ਨਾ ਕਰੇ, ਉਸ ਵਿੱਚ ਕਦੇ ਨਾ ਵੜੇਗਾ। ਆਮੀਨ। ਪ੍ਰਭੂ ਦੇ ਰਾਜ ਨੂੰ ਕਿੱਦਾਂ ਕਬੂਲ ਕਰਨਾ? ਛੋਟੇ ਬਾਲਕ ਦੀ ਤਰ੍ਹਾਂ, ਛੋਟੇ ਬੱਚੇ ਦੀ ਤਰ੍ਹਾਂ, ਯਾਨੀ ਕਿ ਛੋਟੇ ਬਣ ਜਾਓ। ਪ੍ਰਾਰਥਨਾ ਕਰੋ, ਰੋਜ਼ਾ ਰੱਖੋ, ਆਪਣੀ ਕਮਾਈ ਦਾ 10ਵਾਂ ਹਿੱਸਾ ਦਿਓ, ਹਰ ਸੰਡੇ ਚਰਚ ਆਓ, ਆਪਣੇ ਪਾਸਟਰ ਦੇ ਆਗਿਆਕਾਰੀ ਚ ਰਹੋ, ਬਟ ਘਮੰਡੀ ਮਤ ਬਣੋ, ਦੂਜਿਆਂ ਨੂੰ ਨਖਿੱਧ ਮਤ ਸਮਝੋ, ਦੂਜਿਆਂ ਨੂੰ ਤੁੱਛ ਮਤ ਸਮਝੋ। ਕਲਾਮ ਚ ਲਿਖਿਆ ਸਗੋਂ ਦੂਜਿਆਂ ਨੂੰ ਆਪਣੇ ਨਾਲੋਂ ਕੀ ਸਮਝੋ? ਉੱਤਮ ਸਮਝੋ। ਦਾਊਦ ਰਾਜੇ ਨੂੰ ਕੋਈ ਨਹੀਂ ਮਾਰ ਸਕਿਆ, ਉਹਦਾ ਇੱਕੋ ਹੀ ਕਾਰਨ ਸੀ ਕਿ ਬਹੁਤ ਵਾਰੀ ਦਾਊਦ ਨੂੰ ਮੌਕਾ ਮਿਲਿਆ ਸਾਊਲ ਨੂੰ ਮਾਰਨ ਦਾ, ਪਰ ਉਹਨੇ ਉਹਨੂੰ ਨਹੀਂ ਮਾਰਿਆ। ਜੇ ਦਾਊਦ ਸਾਊਲ ਨੂੰ ਮਾਰ ਦਿੰਦਾ, ਰਾਜਾ ਉਹਨੇ ਤਾਂ ਵੀ ਬਣ ਜਾਣਾ ਸੀ, ਕਿਉਂਕਿ ਖੁਦਾ ਦੇ ਦਾਸ ਨੇ ਉਹਨੂੰ ਮਸਾ ਕਰ ਦਿੱਤਾ ਸੀ, ਪਰ ਜਿਹੜਾ ਫਿਰ ਰਿਜ਼ਲਟ ਹੋਣਾ ਸੀ ਗਾੜੀ, ਉਹ ਗਲਤ ਹੋ ਜਾਣਾ ਸੀ। ਆਪ ਨੂੰ ਮੌਕੇ ਮਿਲ ਜਾਂਦੇ ਆ ਕਿਸੇ ਦੀ ਬੇਇੱਜ਼ਤੀ ਕਰਨ ਦਾ, ਆਪ ਮੌਕਾ ਛੱਡਦੇ ਨਹੀਂ। ਆਪ ਨੂੰ ਮੌਕਾ ਮਿਲ ਜਾਂਦਾ ਕਿਸੇ ਨੂੰ ਨੀਵਾਂ ਦਿਖਾਉਣ ਦਾ, ਆਪ ਮੌਕਾ ਛੱਡਦੇ ਨਹੀਂ। ਅੱਜ ਕਿੰਨੇ ਚਰਚਾਂ ਦੇ ਵਿੱਚ ਹੋ ਰਿਹਾ, ਅਗਰ ਆਪ ਦਾ ਪਾਸਟਰ ਪ੍ਰਚਾਰ ਕਰਦਾ ਹੈ ਕਿ ਭੈਣ ਤੂੰ ਆਪਣਾ ਜੀਵਨ ਯਿਸੂ ਮਸੀਹ ਨੂੰ ਦੇ ਦਿੱਤਾ ਵਾ ਤੇ ਹੁਣ ਆ ਦੇਖ ਰਹੀਆਂ ਕੁਝ ਮੇਰੀਆਂ ਭੈਣਾਂ, ਇਹ मांग में सिंदूर नहीं भरना, हम तो मांग में सिंदूर भरेंगे लेकिन आपके चर्च नहीं आएंगे। अगर आप ऐसे पास्टर ਨੂੰ ਪਸੰਦ ਕਰਦੇ ਜੇ ਜਿਹੜਾ ਤੁਹਾਡੇ ਲਈ ਦੁਆ ਕਰਦਾ ਆ ਹੈ ਕਿ ਤੁਹਾਨੂੰ ਬਰਕਤ ਮਿਲੇ, ਤੁਹਾਡੇ ਬੱਚੇ ਦਾ ਵੀਜ਼ਾ ਲੱਗ ਜੇ, ਠੀਕ ਆ, ਤੁਹਾਡੀਆਂ ਬਿਮਾਰੀਆਂ ਚਲੀਆਂ ਜਾਣ, ਔਰ ਠੀਕ ਆ ਤੁਸੀਂ ਨਵੇਂ ਨਰੋਏ ਰਹੋ, ਤੁਹਾਨੂੰ ਸਾਰੀਆਂ ਖੁਸ਼ੀਆਂ ਬਰਕਤਾਂ ਮਿਲਣ, ਪਰ ਤੁਹਾਨੂੰ ਉਹ ਇਹ ਕਦੇ ਨਹੀਂ ਦੱਸਦਾ ਕਿ ਤੁਹਾਡਾ ਮਸੀਹ ਦੇ ਵਿੱਚ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਹੈ। ਆਪ ਬਹੁਤ ਖਤਰਨਾਕ ਹਾਲਾਤ ਦੇ ਵਿੱਚ ਯਹੂਨਾ ਨੂੰ ਪ੍ਰਚਾਰ ਕਰਨ ਦੇ ਲਈ ਘੱਲਿਆ ਸੀ ਤੌਬਾ ਦਾ ਪ੍ਰਚਾਰ ਕਰਦੇ ਕਰਦੇ ਉਹਨੇ ਕਿਹਾ ਰਾਜਾ ਹੈਰੋਦੀਸ ਤੂੰ ਆਪਣੇ ਭਰਾ ਦੇ ਜੀਂਦੇ ਜੀ ਉਹਦੀ ਔਰਤ ਨੂੰ ਆਪਣੀ ਜਨਾਨੀ ਬਣਾ ਲਿਆ, ਤੂੰ ਇਹ ਪਾਪ ਕੀਤਾ ਹੈ। ਤੁਸੀਂ ਦੱਸੋ ਯਹੂਨਾ ਨੂੰ ਕੀ ਲੋੜ ਪਈ ਫਾਹ ਲੈਣ ਦੀ? ਜਿਹੜੇ ਸੱਚੇ ਉਪਦੇਸ਼ਕ ਹੁੰਦੇ ਆ ਨਾ, ਜਿਹੜੇ ਸੱਚੇ ਉਪਦੇਸ਼ਕ ਹੁੰਦੇ ਆ, ਉਹ ਪਾਪ ਦੇ ਵਿਰੋਧ ਵਿੱਚ ਬੋਲਦੇ ਆ। ਹਾਲੇਲੂਇਆ। ਉਹ ਪਾਪ ਦੇ ਵਿਰੋਧ ਵਿੱਚ ਬੋਲਦੇ ਆ, ਉਹਦੀ ਸਾਈਡ ਨਹੀਂ ਲੈਂਦੇ। ਹਾਲੇਲੂਇਆ। ਆਓ ਸਾਡੀ ਪਿੱਛੇ ਬੈਠੀ ਹੈ ਭੈਣ ਐਗਨਸ, ਜਦੋਂ ਇਹਦੀ ਡੇਵਿਡ ਦੇ ਨਾਲ ਸ਼ਾਦੀ ਹੋਈ, ਡੇਵਿਡ ਨੇ ਬਿਲਕੁਲ ਯਿਸੂ ਮਸੀਹ ਦੇ ਵਿੱਚ ਸ਼ਾਦੀ ਕੀਤੀ ਸੀ। ਐਗਨਸ ਨੇ ਬਪਤਿਸਮਾ ਵੀ ਇੱਥੇ ਮੇਰੇ ਕੋਲ ਆ ਕੇ ਲਿਆ, ਠੀਕ ਆ, ਇਹਨੇ ਚੂੜਾ ਵੀ ਪਾਇਆ, ਨੱਕ 'ਚ ਕੋਕਾ ਵੀ ਪਾਇਆ, ਬਾਬਾ ਬਿੰਦਾ ਵੀ ਵਾਲ ਆਇਆ ਹੈ, ਕਈ ਕੁਝ ਕੀਤਾ। ਜਦੋਂ ਇਹਨੇ ਬਪਤਿਸਮਾ ਲੈ ਲਿਆ, ਮੈਂ ਕਿਹਾ ਹੁਣ ਤੂੰ ਬਣ ਗਈ ਬੇਟੀ ਯਿਸੂ ਮਸੀਹ ਦੀ, ਹੁਣ ਜਿੱਦਾਂ ਦਾ ਡੇਵਿਡ ਉਦਾਂ ਦਾ ਤੂੰ ਬਣੀ, ਤੇ ਬਣ ਗਈ ਉਹ। ਬੋਲੋ ਹਾਲੇਲੂਇਆ। ਤੋ ਇੱਕ ਸਮਾਂ ਆਇਆ ਜਦੋਂ ਇਹ ਪ੍ਰੈਗਨੈਂਟ ਸੀ, ਡਾਕਟਰਾਂ ਨੇ ਦੱਸਿਆ ਕਿ ਤੇਰੇ ਪੇਟ ਦੇ ਅੰਦਰ ਬੱਚਾ ਜਿਹੜਾ ਮਰ ਚੁੱਕਾ, ਅਬੋਰਸ਼ਨ ਕਰਵਾ ਦਿਓ। ਇਹਨਾਂ ਅਬੋਰਸ਼ਨ ਨਹੀਂ ਕਰਾਇਆ, ਪ੍ਰਭੂ ਯਿਸੂ ਤੇ ਵਿਸ਼ਵਾਸ ਕੀਤਾ। ਹਾਲੇਲੂਇਆ। ਜਿਹੜੀ ਆਇਤ ਆਪਾਂ ਪੜ੍ਹੀ, ਕੀ ਜਦੋਂ ਯਿਸੂ ਆਏਗਾ ਤੁਹਾਡੇ ਅੰਦਰ ਵਿਸ਼ਵਾਸ ਪਾਏਗਾ? ਇਹਨਾਂ ਪ੍ਰਭੂ ਯਿਸੂ ਤੇ ਵਿਸ਼ਵਾਸ ਕੀਤਾ, ਠੀਕ ਆ, ਪਰਮੇਸ਼ਰ ਨੇ ਉਸ ਬੱਚੇ ਨੂੰ ਜਿਉਂਦਾ ਰੱਖਿਆ, ਉਹਨੂੰ ਇਸ ਧਰਤੀ ਤੇ ਲੈ ਕੇ ਆਇਆ। ਬੋਲੋ ਸਾਰੇ ਹਾਲੇਲੂਇਆ।
ਹਾਲੇਲੂਇਆ। ਆਪਾਂ ਆਪਣੀਆਂ ਮਨ ਮਰਜ਼ੀਆਂ ਤੇ ਕਰ ਲੈਨੇ ਆ, ਆਪਣੇ ਤਰੀਕੇ ਨਾਲ ਚੱਲ ਤੇ ਲੈਨੇ ਆ, ਪਰ ਸਾਡਾ ਜਿਹੜਾ ਆਉਣ ਵਾਲਾ ਫਿਊਚਰ ਆ ਉਹ ਵਿਗੜ ਜਾਂਦਾ। ਹਾਲੇਲੂਇਆ। ਔਰ ਮੇਰਾ ਖਿਆਲ ਕੋਈ ਨਹੀਂ ਚਾਹੁੰਦਾ ਕਿ ਮੇਰਾ ਫਿਊਚਰ ਵਿਗੜੇ। आपने मौकियां दे फायदे नहीं चुकने। आपने जदों भी कोई काम करना है, कोई मुसीबत है, कोई खुशी है, कुछ भी करना, आपने सब तो पहला खुदा दे जिंदा कलाम दे वाल देखना है। बोलो हालेलुया। मेरा परमेश्वर कहंदा तुसी वो काम नहीं करने जिहड़े धरती ते दूजे लोग करदे ने, क्योंकि तुसी मेरी पवित्र कौम जे। ਤੁਹਾਨੂੰ मैं दूजियां तो अलग कीता। मैं गीत बोल रहा सी ना, पवित्र आत्मा मैनू तो दिता ते दुनिया तो मैनू वखरा तो कीता। उन्हें सानू संसार तो वखरा कर लिया, इसलिए प्रभु दे विच आ गए हैं। अपना सुभाव चेंज करना है, बोली चेंज करनी है, अपना करैक्टर प्रभु यीशु मसीह जैसा बनाना है। हालेलुया। किदे जैसा लिखा ने गाली खा के किसी ने गाली, जुल्म सह के ने धमकी, सगों लिखा अपने आप ने पिता दे की कीता, अधीन कीता। आओ असीं अपनी अखां बंद करांगे।